ਸਵਾਗਤ ਹੈ ਰੇਡੀਓ ਲੋਹਗੜ੍ਹ 'ਤੇ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਿਤਾਬ ਪੜ੍ਹ ਰਹੇ ਹਾਂ ਦ ਸੌਫਟ ਟਾਰਗੇਟ ਜੀ, ਜਿਹੜੀ ਜ਼ੁਹੈਰ ਕਸ਼ਮੀਰੀ ਅਤੇ ਬ੍ਰਾਇਨ ਮੈਕਐਂਡਰੂ ਦੀ ਲਿਖੀ ਹੋਈ ਆ। ਇਹ ਕਿਤਾਬ 1999 ਦੇ ਵਿੱਚ ਛਪੀ ਸੀ ਕੈਨੇਡਾ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਬੜੀ ਤਫਸੀਲ ਦੇ ਵਿੱਚ ਵੀ ਭਾਰਤੀ ਏਜੰਸੀਆਂ ਵੱਲੋਂ ਕਿੱਦਾਂ ਸਿੱਖ ਕੌਮ ਦੇ ਵਿੱਚ ਘੁਸਪੈਠ ਕੀਤੀ ਗਈ ਜੀ, ਅਤੇ ਸਿੱਖਾਂ ਦੇ ਨਾਮ ਦੇ ਉੱਤੇ, ਸਿੱਖੀ ਦੇ ਨਾਂ ਦੇ ਉੱਤੇ ਕਿਹੜੀਆਂ ਕਿਹੜੀਆਂ ਘਟੀਆ ਹਰਕਤਾਂ ਕਰਕੇ ਵੀ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਅਤੇ ਕਿਵੇਂ ਉਹ ਪੋਲਾਂ ਜਿਹੜੀਆਂ ਫਿਰ ਖੁੱਲ੍ਹੀਆਂ। ਉਹਨਾਂ ਦਾ ਬੜਾ ਵਧੀਆ ਜਿਹੜਾ ਬਿਉਰਾ ਆ ਵੀ ਉਹ ਇਹ ਕਿਤਾਬ ਦੇ ਵਿੱਚ ਦਿੱਤਾ ਗਿਆ। ਅਤੇ ਇਹਦੀ ਜਿਹੜੀ ਕਹਿ ਲਓ ਭਈ ਤਕਲੀਫ ਆ ਭਾਰਤੀ ਏਜੰਸੀਆਂ ਨੂੰ, ਭਾਰਤ ਸਰਕਾਰ ਨੂੰ, ਉਹ ਇੱਥੋਂ ਪਤਾ ਲੱਗ ਜਾਂਦੀ ਵੀ ਜਦੋਂ ਇਹ ਛਪੀ ਆ ਕਿਤਾਬ ਅਤੇ ਭਾਰਤ ਵਿੱਚ ਇਹਦੀ ਵਿਕਰੀ ਜਿਹੜੀ ਆ ਉਹ ਬੈਨ ਕਰ ਦਿੱਤੀ ਗਈ ਜੀ, ਅਜੇ ਤੱਕ ਬੈਨ ਆ। ਅਤੇ ਉਹ ਅੱਜ ਕਿਉਂਕਿ ਹੁਣ ਕਹਿ ਲਓ ਵੀ 30 ਸਾਲ ਤੋਂ ਉੱਤੇ ਹੋ ਗਿਆ ਅਤੇ ਕਿਤਾਬ ਆਊਟ ਆਫ ਪ੍ਰਿੰਟ ਵੀ ਥੋੜ੍ਹੀ ਜਿਹੀ ਹੋਈ ਆ ਅਤੇ ਘੱਟ ਹੀ ਕਾਪੀਆਂ ਇਹਦੀਆਂ ਮਿਲਦੀਆਂ ਨੇ। ਪਰ ਜੇ ਕਿਸੇ ਨੂੰ ਮਿਲਣ ਲਾਇਬ੍ਰੇਰੀ ਵਿੱਚੋਂ ਜਾਂ ਕਿਤੇ ਸੈਕਿੰਡ ਹੈਂਡ 'ਤੇ ਜ਼ਰੂਰ ਲੈ ਕੇ ਤੇ ਪੜ੍ਹਿਓ। PDF ਵੀ ਅਵੇਲੇਬਲ ਆ, ਇੰਟਰਨੈਟ 'ਤੇ ਨਿਕਲ ਆਉਂਦੀ ਆ। ਅਤੇ ਕਿਉਂਕਿ ਇਹਦੇ ਵਿੱਚ ਜਿਹੜਾ ਤਰੀਕਾਕਾਰ ਆ ਏਜੰਸੀਆਂ ਦਾ, ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲਦੀ ਆ। ਅਤੇ ਹੋਰ ਵੀ ਕਈ ਪੱਖ ਜਿਹੜੇ ਵੀ ਜਿਨ੍ਹਾਂ ਨੇ ਅਸੀਂ ਕਹਿ ਲਓ ਵੀ ਸਾਡੀ ਜਨਰੇਸ਼ਨ ਅਤੇ ਸਾਡੇ ਤੋਂ ਬਾਅਦ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਵੀ ਸਾਡੀ ਜਨਰੇਸ਼ਨ ਨੂੰ ਕਮ ਸੇ ਕਮ ਇੰਨਾ ਕੁ ਪਤਾ ਆ ਵੀ ਉਦੋਂ ਆਹ ਜਿਹੜੀਆਂ ਘਟਨਾਵਾਂ ਇਹ ਹੋਈਆਂ। ਜੀ, ਸਾਡੇ ਤੋਂ ਬਾਅਦ ਵਾਲੀ ਜਨਰੇਸ਼ਨ ਨੂੰ ਤਾਂ ਘਟਨਾਵਾਂ ਵੀ ਭੁੱਲ ਗਈਆਂ ਨੇ। ਬਿਲਕੁਲ। ਅਤੇ ਉਹ ਜਿਹੜਾ ਸਾਰਾ ਕੁਛ ਹੈਗਾ ਆ ਉਹ ਇੱਕ ਚਿੰਤਾ ਦਾ ਵਿਸ਼ਾ ਆ ਵੀ ਜਿਹੜੀ ਅਸੀਂ ਇੱਕ ਕੌਮੀ ਯਾਦਾਸ਼ਤ ਜਿਹੜੀ ਆ, ਜਿਹੜੀ ਛੋਟੇ ਘੱਲੂਘਾਰੇ ਬਾਰੇ, ਵੱਡੇ ਘੱਲੂਘਾਰੇ ਬਾਰੇ, ਜਾਂ ਪੰਜਵੇਂ ਪਾਤਸ਼ਾਹ ਦੀ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਆ, ਜਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੇ ਵੀ, ਔਰ ਜਿਹੜੇ ਸਾਡੇ ਮਹਾਨ ਹਸਤੀਆਂ ਹੋਈਆਂ, ਭਾਈ ਮਨੀ ਸਿੰਘ ਹੁਣੀ, ਭਾਈ ਬਾਬਾ ਦੀਪ ਸਿੰਘ ਹੁਣੀ, ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਅਤੇ ਉਹਨਾਂ ਦੇ ਮਾਰ ਕੇ ਜਿਹੜੇ ਨੇ ਜੀ, ਉਹਨਾਂ ਸਾਰਿਆਂ ਦੀ ਇੱਕ ਕੌਮੀ ਯਾਦਾਸ਼ਤ ਜਿਹੜੀ ਆ ਉਹ ਸਾਡੀ ਹੈਗੀ ਆ। ਬਿਲਕੁਲ। ਅਤੇ ਐਟਲੀਸਟ ਸਾਡੀ ਜਨਰੇਸ਼ਨ ਤੱਕ ਹੈਗੀ ਆ। ਪਿੱਛੋਂ ਹੁਣ ਉਹ ਵੀ ਹੌਲੀ ਹੌਲੀ ਘੱਟ ਰਹੀ ਆ ਅਤੇ ਜਾਂ ਉਹਨੂੰ ਗੰਧਲਾ ਕੀਤਾ ਜਾ ਰਿਹਾ ਆ। ਜਿਹੜੇ ਖੱਪ ਗਰੇਡ ਵਰਗੇ ਗੰਦ ਜਿਹੜਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਵੜ ਗਿਆ ਸੀ, ਬਿਲਕੁਲ, ਵੀ ਉਹਦੇ ਰਾਹੀਂ। ਪਰ ਉਹ ਸਾਰਾ ਕੁਛ ਜਿਹੜਾ ਆ ਵੀ ਉਹ ਈਵਨ ਜਿਹੜੀ ਕੌਮੀ ਯਾਦਾਸ਼ਤ ਆ ਉਹ ਵੀ ਹੁਣ ਜਿਹੜੀਆਂ ਰੀਸੈਂਟ ਘਟਨਾਵਾਂ ਹੋਈਆਂ ਵੀ ਉਹਦੇ ਵਿੱਚੋਂ ਮਿਸਿੰਗ ਆ। ਬਿਲਕੁਲ ਵੀ ਖਾਸ ਤੌਰ ਦੇ ਉੱਤੇ ਵੀ ਜੇ ਆਪਾਂ 84 ਵਾਲਾ ਜਿਹੜਾ ਹਮਲਾ ਆ ਦਰਬਾਰ ਸਾਹਿਬ ਦੇ ਉੱਤੇ ਵੀ ਜੇ ਉਹਨੂੰ ਪਾਸੇ ਕਰ ਦਈਏ ਅਤੇ ਹੋਰ ਕੋਈ ਵੀ ਘਟਨਾ ਜਿਹੜੀ ਆ ਵੀ ਉਹਦੀ ਕੌਮੀ ਯਾਦਾਸ਼ਤ ਜਿਹੜੀ ਆ ਵੀ ਉਹ ਹੈ ਨਹੀਂ ਵੀ ਬਿਲਕੁਲ ਕੀ ਹੋਇਆ, ਕਿੱਦਾਂ ਹੋਇਆ। ਬਿਲਕੁਲ ਗੱਲ ਭਾਈ ਤੁਹਾਡੀ ਠੀਕ ਹੈ। ਇਹ 'ਚ ਮੈਂ ਇੱਕ ਪੁਆਇੰਟ ਐਡ ਕਰਨਾ ਚਾਹੁੰਦਾ ਸੀਗਾ ਅਤੇ ਉਹਦੇ ਵਿੱਚ ਜਿੱਦਾਂ ਨਾ ਬੜੇ ਵੱਡੇ ਪੱਧਰ 'ਤੇ ਮੈਂ ਵੀ ਰਿਅਲਾਈਜ਼ ਕੀਤਾ ਆ, ਇੱਕ ਸਾਡੀ ਕੌਮ ਦੇ ਵਿੱਚ ਇੱਕ ਸੋਚ ਪੈਦਾ ਕੀਤੀ ਜਾ ਰਹੀ ਹੈ ਕਿ ਭਾਈ ਬੱਚਿਆਂ ਨੂੰ ਤੁਸੀਂ 84 ਬਾਰੇ ਖਾਸ ਕਰਕੇ ਨਾ ਦੱਸੋ, ਕਿਉਂਕਿ ਉਹਨਾਂ ਦੇ ਦਿਮਾਗਾਂ 'ਤੇ ਨੈਗੇਟਿਵ ਇਫੈਕਟ ਪਊਗਾ ਅਤੇ ਜਾਂ ਉਹਨਾਂ ਨੂੰ ਤੁਸੀਂ ਨੈਗੇਟਿਵ ਐਟਮੋਸਫੀਅਰ ਪ੍ਰੋਵਾਈਡ ਕਰਾਓਗੇ, ਜਾਂ ਉਹਨਾਂ ਦੇ ਵਿੱਚ ਕੋਈ ਹੀਨ ਭਾਵਨਾ ਆਏਗੀ, ਜਾਂ ਉਹਨਾਂ ਦੇ ਵਿੱਚ ਕੋਈ ਦੂਜਿਆਂ ਪ੍ਰਤੀ ਨਫ਼ਰਤ ਪੈਦਾ ਕਰ ਰਹੇ ਹੋ ਤੁਸੀਂ। ਯਾਨੀ ਕਿ ਬਿਲਕੁਲ ਗਲਤ ਹੈ ਇੱਦਾਂ ਦੀ ਦਲੀਲਾਂ, ਮਤਲਬ ਬੇਥਵੀਆਂ ਦਲੀਲਾਂ, ਯਾਨੀ ਕਹਿਣ ਦਾ ਭਾਵ ਆ ਇਹ ਦੁਸ਼ਮਣ ਵੱਲੋਂ ਘੜੀਆਂ ਗਈਆਂ ਸਾਨੂੰ ਆਪਣੇ ਇਤਿਹਾਸ ਤੋਂ ਵੀ ਦੂਰ ਕਰਨ। ਬਿਲਕੁਲ। ਔਰ ਉਹਦੀ ਜਿਹੜੀ ਹੈਗੀ ਨਾ ਵੀ ਜਿਹੜੀ ਗੱਲ ਤੁਸੀਂ ਕਹੀ ਆ ਵੀ ਬੇਥਵੀਆਂ ਨੇ ਜੀ, ਉਹ ਇੱਥੋਂ ਸਾਬਤ ਹੋ ਜਾਂਦੀ ਆ ਵੀ ਆਪਾਂ ਜਿੰਨਾ ਮਰਜ਼ੀ ਕਹਿ ਲਓ ਵੀ ਮੰਨ ਲਈਏ 84 ਨੂੰ ਜੀ ਵੀ ਬਹੁਤ ਵੱਡੀ ਘਟਨਾ ਸੀਗੀ ਜਿਹੜੀ ਘਟੀ ਕੌਮ ਦੇ ਉੱਤੇ ਜੀ, ਪਰ ਇਹਦਾ ਕੰਪੈਰੀਜ਼ਨ ਫੇਰ ਵੀ ਜਿਹੜੀ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਆ ਅਤੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਆ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਜੀ ਉਹਦੇ ਨਾਲ ਨਹੀਂ ਹੋ ਸਕਦਾ। ਬਿਲਕੁਲ। ਹੁਣ ਜਦੋਂ ਉਹੋ ਜਿਹੇ ਜਿਹੜੀਆਂ ਘਟਨਾਵਾਂ ਸੀਗੀਆਂ ਉਸ ਪੱਧਰ ਦੀਆਂ, ਉਹਨਾਂ ਨੇ ਸਾਡੇ ਦਿਲਾਂ 'ਚ ਨਫ਼ਰਤ ਨਹੀਂ ਪੈਦਾ ਕੀਤੀ। ਬਿਲਕੁਲ। ਅਤੇ ਇਹ ਘਟਨਾ ਕਿਉਂ ਕਰੂਗੀ? ਸਹੀ ਗੱਲ। ਪਰ ਜ਼ਰੂਰੀ ਇਹ ਆ ਵੀ ਅਸੀਂ ਆਪਣਾ ਇਤਿਹਾਸ ਅਤੇ ਉਹਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਕਾਰਨ ਜਿਹੜੇ ਆ, ਬਿਲਕੁਲ, ਉਹਨਾਂ ਨੂੰ ਐਨਾਲਾਈਜ਼ ਕਰਨਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਆ ਸਾਡੇ ਲਈ ਵੀ, ਤਾਂ ਕਿ ਵੀ ਇੱਕ ਤਾਂ ਅਸੀਂ ਇਹ ਆ ਵੀ ਗਾਂਹ ਜੇ ਸਾਨੂੰ ਸੰਭਾਵਨਾ ਬਣਦੀ ਦਿਖੇ ਵੀ ਇਹੋ ਜਿਹੀ ਘਟਨਾ ਫੇਰ ਹੋ ਸਕਦੀ ਹੈ, ਇੱਕ ਤਾਂ ਅਸੀਂ ਉਹਨੂੰ ਪ੍ਰੀਵੈਂਟ ਕਰ ਸਕੀਏ। ਬਿਲਕੁਲ। ਅਤੇ ਦੂਜਾ ਇਹ ਆ ਵੀ ਇਹ ਕੌਮੀ ਯਾਦਾਸ਼ਤ ਦਾ ਹਿੱਸਾ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ। ਨਹੀਂ ਬਿਲਕੁਲ ਭਾਅ ਜੀ, ਜਿਹੜੇ ਰੌਲਾ ਪਾਉਂਦੇ ਆ ਉਹ ਤਾਂ ਭੁੱਲਦੇ ਨਹੀਂ, ਉਹ ਆਪਣਾ ਇਤਿਹਾਸ ਤਾਂ ਭੁੱਲਦੇ ਨਹੀਂ। ਉਹ ਕਈ ਜਿੱਦਾਂ ਚੁਟਕਲੇ ਵੀ ਬਣੇ ਭਾਈ ਰਾਵਣ ਤਾਂ ਤੁਸੀਂ ਹਜੇ ਤੱਕ ਸਾੜੀ ਜਾਂਦੇ ਆ
ਮਤਲਬ ਦੇਖਣ ਨੂੰ ਦੇਖਿਆ ਜਾ, ਫਿਰ ਤੁਸੀਂ ਰਾਵਣ ਕਾਤੇ ਸਾੜਦੇ ਆ, ਕਿਉਂਕਿ ਨਾ ਸਾੜੋ ਤਾਂ ਭਾਈ ਉਹ ਸਾਰਾ ਕੁਝ ਭੁੱਲ ਜਾਓ, ਨਫ਼ਰਤਾਂ ਮਿਟਾਓ ਤੁਸੀਂ। ਤਰੀਕ ਵੀ ਹੈ ਨਹੀਂ ਕੋਈ ਉਹਦੀ ਵੀ ਹੋਇਆ ਵੀ ਕਿ ਨਹੀਂ ਮਤਲਬ ਹੋਇਆ, ਇਤਿਹਾਸ ਹੈ ਇੱਕ ਤਰ੍ਹਾਂ ਨਾਲ। ਤੇ ਕਹਿਣ ਦਾ ਭਾਵ ਹੈ ਕਿ ਜਿਹੜੇ ਕਹਿੰਦੇ ਆ ਤੇ ਉਹ ਆਪ ਸਾਰਾ ਕੁਝ ਮੰਨਦੇ ਆ, ਲੇਕਿਨ ਸਾਡੇ ਲੋਕੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਆਪਣਾ ਇਤਿਹਾਸ ਭੁੱਲੀ ਜਾਂਦੇ ਆ। ਬਿਲਕੁਲ ਬਿਲਕੁਲ। ਸੋ ਕਿਤਾਬ ਜਿਹੜੀ ਆ ਇਹ ਸੌਫਟ ਟਾਰਗੇਟ, ਤੇ ਇਹਦੇ ਵਿੱਚ ਉਹ ਪਹਿਲਾ ਚੈਪਟਰ ਜਿਹੜਾ ਆ ਵੀ ਉਹਨੂੰ ਸ਼ੁਰੂ ਕਰਦੇ ਆ ਵੀ ਕੋਈ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਪਬਲਿਕ ਮੀਟਿੰਗ ਹੋਈ ਉੱਥੇ ਜੀ, ਜਿਹਦਾ ਕਾਰਨ ਇਹ ਸੀਗਾ ਵੀ ਤਕਰੀਬਨ 2000 ਸਿੱਖ ਜਿਹੜਾ ਆ ਵੀ ਇਹ 1981 ਦੀ ਗੱਲ ਉਹ ਸੁਣਾਉਣ ਰਹੇ ਆ, 81-82 ਦੀ, ਵੀ ਜਿਹਦੇ ਵਿੱਚ ਤਕਰੀਬਨ 2000 ਸਿੱਖ ਜਿਹੜਾ ਆ ਵੀ ਉਹ ਕੈਨੇਡਾ ਦੇ ਅੰਦਰ ਵੜ ਗਿਆ ਸੀ, ਤੇ ਜਾਂ ਕਹਿ ਲਓ ਵੀ ਕੈਨੇਡਾ 'ਚ ਗਿਆ ਤੇ ਉੱਥੇ ਜਾ ਕੇ ਉਹਨਾਂ ਨੇ ਰਿਫਿਊਜੀ ਸਟੇਟਸ ਅਪਲਾਈ ਕਰ ਦਿੱਤਾ ਜੀ। ਤੇ ਇਹ ਇਮੀਗ੍ਰੇਸ਼ਨ ਮਿਨਿਸਟਰ ਜਿਹੜਾ ਆ ਉਹਨੇ ਆ ਕੇ ਤੇ ਪਬਲਿਕ ਮੀਟਿੰਗ ਦੇ ਵਿੱਚ ਕਮਿਊਨਿਟੀ ਨੂੰ ਕਿਹਾ ਵੀ ਭਾਈ ਵੀ ਅਸੀਂ ਇਹਨਾਂ ਨੂੰ ਰਿਫਿਊਜੀ ਸਟੇਟਸ ਨਹੀਂ ਦੇਣਾ, ਕਿਉਂਕਿ ਵੀ ਜੇ ਸਟੇਟਸ ਦੇ ਦਿੱਤਾ ਰਿਫਿਊਜੀ ਸਟੇਟਸ ਤੇ ਇਹਦੇ ਨਾਲ ਵੀ ਇੰਡੀਆ ਦੇ ਨਾਲ ਸਾਡੇ ਜਿਹੜੇ ਰਿਲੇਸ਼ਨ ਆ ਵੀ ਉਹ ਵਿਗੜਦੇ ਆ ਜੀ। ਤੇ ਇਹ ਐਕਸਟ੍ਰੀਮਿਸਟ ਨੇ ਤੇ ਇੱਦਾਂ ਨੇ ਵੀ ਇੱਦਾਂ ਦੀਆਂ ਉਹਨੇ ਗੱਲਾਂ ਕੀਤੀਆਂ, ਤੇ ਉੱਥੇ ਉਹਦੀ ਚੰਗੀ ਫਿਰ ਮਤਲਬ ਵੀ ਗਰਮਾ ਗਰਮੀ ਮੀਟਿੰਗ ਦੇ ਵਿੱਚ ਹੋਈ ਜੀ। ਤੇ ਉਹਨੇ ਇਹ ਕਹਿ ਕੇ ਤੇ ਛੱਡ ਦਿੱਤਾ ਭਈ ਇਹ ਹੁਣ ਮੈਂ ਉਹਦੀ ਸਟੇਟਮੈਂਟ ਪੜ੍ਹਨ ਲੱਗਿਆ ਮਿਨਿਸਟਰ ਦੀ। ਉਹ ਕਹਿੰਦਾ ਦੇ ਆਰ ਨਾਟ ਬੀਇੰਗ ਪਰਸੀਕਿਊਟਡ, ਕਿਉਂਕਿ ਰਿਫਿਊਜੀ ਸਟੇਟਸ ਲਈ ਇਹ ਸੀਗਾ ਵੀ ਇੰਡੀਅਨ ਸਰਕਾਰ ਜਿਹੜੀ ਆ ਵੀ ਉਹ ਉੱਥੇ ਸਿੱਖਾਂ ਨੂੰ ਪਰਸੀਕਿਊਟ ਕਰ ਰਹੀ ਆ ਵੀ ਜਾਂ ਉਹਨਾਂ ਦੇ ਉੱਤੇ ਅਤਿਆਚਾਰ ਕਰ ਰਹੀ ਆ। ਤੇ ਉਹ ਮਿਨਿਸਟਰ ਕਹਿੰਦਾ ਵੀ ਦੇ ਆਰ ਨਾਟ ਬੀਇੰਗ ਪਰਸੀਕਿਊਟਡ ਐਜ਼ ਏ ਮੈਟਰ ਆਫ ਫੈਕਟ ਦ ਇੰਡੀਅਨ ਗਵਰਨਮੈਂਟ ਹੈਜ਼ ਇਨਫੋਰਮਡ ਮੀ that the Sikh separatists are an embarrassment to India and not to recognize them. They wanted me to get tough with them. Okay. So ਮਤਲਬ ਇਹ ਭਾਰਤ ਸਰਕਾਰ ਵੱਲੋਂ ਕੈਨੇਡਾ ਦੀ ਸਰਕਾਰ ਨੂੰ ਆਹ ਮੈਸੇਜ ਜਿਹੜਾ ਵੀ ਇਹ ਦਿੱਤਾ ਗਿਆ ਸਿੱਖਾਂ ਬਾਰੇ। ਸੋ ਹੁਣ ਉੱਥੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਉਹ ਕਿਸ ਹੱਦ ਤੱਕ ਜਾ ਕੇ ਸਿੱਖ ਕੌਮ ਨੂੰ ਸਿੱਖਾਂ ਨੂੰ ਬਦਨਾਮ ਕਰ ਰਹੇ। ਬਿਲਕੁਲ ਨਫ਼ਰਤ ਦਾ ਲੈਵਲ ਪਤਾ, ਨਫ਼ਰਤ ਦਾ ਲੈਵਲ, ਔਰ ਖ਼ਾਸ ਤੌਰ ਤੇ ਵੀ ਜਦੋਂ ਇੱਕ ਸਰਕਾਰ ਦੂਜੀ ਸਰਕਾਰ ਦੇ ਨਾਲ ਗੱਲ ਕਰ ਰਹੀ ਹੈ। ਸੋ ਅੱਗੇ ਉਹ ਕਹਿੰਦੇ ਵੀ ਦਾ ਮੈਟਰ ਵਾਜ਼ ਕਲੋਜ਼ਡ, ਦਾ ਮੀਟਿੰਗ ਵਾਜ਼ ਅਡਜਰਨਡ ਐਂਡ ਇਨ ਟਾਈਮ ਦਾ ਟਰਬਨਡ ਰੈਫਿਊਜੀਜ਼ ਵੁੱਡ ਬੀ ਸੈਂਟ ਬੈਕ, ਯਾਨੀ ਕਿ ਉਹ ਸਾਰੇ ਜਿਹੜੇ ਆ ਉਹ ਵਾਪਸ ਇੰਡੀਆ ਨੂੰ ਭੇਜ ਦਿੱਤੇ ਗਏ ਜੀ। Then they would be India's problem, but the issue was not so simple that its Canadian dimension could be resolved by mass deportations. Separatist support in Canada continued to grow as India tackled its Sikh problem ruthlessly. ਹੁਣ ਜਿਹਨੂੰ ਇਹ ਸਿੱਖ ਪ੍ਰੋਬਲਮ ਕਹਿ ਰਹੇ ਆ ਵੀ ਉਹ ਹੁਣ ਅੱਜ ਜਿਹੜਾ ਫਾਰਮਰ ਐਜੀਟੇਸ਼ਨ ਹੋ ਰਿਹਾ, ਬਿਲਕੁਲ, ਤੇ ਜਿਹੜੀ ਇਹਦੀ ਸਪੋਰਟ ਆ ਬਾਹਰਲੇ ਮੁਲਕਾਂ ਦੇ ਵਿੱਚ ਉਹਦੇ ਨਾਲ ਕੰਪੇਅਰ ਕਰਕੇ ਵੇਖੋ ਕਿ ਇੱਥੇ ਵੀ ਐਕਚੁਅਲੀ ਕੀ ਹੋ ਰਿਹਾ ਹੋਣਾ। ਸਹੀ ਗੱਲ ਹੈ। ਤੇ ਕਿਵੇਂ ਉਹਨੂੰ ਪੇਸ਼ ਕੀਤਾ ਗਿਆ। ਬਿਲਕੁਲ ਜੀ। ਹੁਣ ਉਹ ਉੱਥੇ ਪ੍ਰੋਬਲਮ ਇਹਦੀ ਸਰਕਾਰ ਦੀ ਇਹ ਆ ਜਾਂਦੀ ਆ ਵੀ ਜਿਹੜੇ ਨਹੀਂ ਇਨਵੋਲਵ ਹੈਗੇ ਉਹਨਾਂ ਨੂੰ ਤੇ ਭਰਮਾ ਸਕਦੀ ਆ ਸਰਕਾਰ, ਕਿਉਂਕਿ ਜਿਹੜੇ ਇਨਵੋਲਵ ਨਹੀਂ ਉਹਨਾਂ ਨੂੰ ਜਿਹੜਾ ਇਨਫੋਰਮੇਸ਼ਨ ਦਾ ਸਾਧਨ ਆ ਉਹ ਸਰਕਾਰ ਹੀ ਆ, ਸਰਕਾਰੀ ਚੈਨਲ ਆ ਤੇ ਹੋਰ ਸਾਰਾ ਕੁਝ ਜਿਹੜਾ, ਜਾਂ ਜਿਹੜੇ ਆ ਦੂਸਰੇ ਸਰਕਾਰੀ ਸੈਲੀਬ੍ਰਿਟੀਜ਼ ਨੇ ਵੀ ਬਾਲੀਵੁੱਡ ਦੇ ਐਕਟਰ, ਤੇ ਉਹ ਜਿਹੜੀਆਂ ਟਵੀਟਾਂ ਕਰਦੇ ਨੇ ਵੀ ਉਹ ਮੂਰਖ ਬਣਾਉਂਦੇ ਨੇ। ਤੇ ਉਹ ਅੱਜ ਚਲੋ ਉਹਨਾਂ ਜ਼ਮਾਨੇ 'ਚ ਟਵੀਟਾਂ ਵੀ ਹੈ ਨਹੀਂ, ਤੇ ਉਹ ਸਾਰਾ ਕੁਝ ਜਿਹੜਾ ਆ, ਪਰ ਜਿਹੜੇ ਇਨਵੋਲਵ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਇਨਵੋਲਵ ਨੇ, ਉਹ ਸਰਕਾਰ ਦੇ ਉੱਤੇ ਨਹੀਂ ਨਿਰਭਰ ਸੀਗੇ ਇਨਫੋਰਮੇਸ਼ਨ ਲਈ। ਉਹ ਜਿਹੜੇ ਪਰਿਵਾਰਾਂ ਦੇ ਨਾਲ ਗੱਲ ਹੁੰਦੀ ਸੀ ਉੱਥੋਂ ਉਹਨਾਂ ਨੂੰ ਅਸਲੀਅਤ ਪਤਾ ਲੱਗ ਜਾਂਦੀ। ਸਹੀ ਗੱਲ। ਸੋ ਜਦੋਂ ਇਹ ਪਤਾ ਹੋਵੇ ਵੀ ਭਾਈ ਵੀ ਇੱਦਾਂ ਨਿਆਣੇ ਨੂੰ ਚੱਕ ਕੇ ਲੈ ਗਏ ਆ ਜਾਂ ਬਜ਼ੁਰਗ ਨੂੰ ਚੱਕ ਕੇ ਲੈ ਗਏ ਆ ਪੁਲਿਸ ਵਾਲੇ, ਤੇ ਇੰਨੇ ਲੱਖ ਰੁਪਈਆ ਦੇ ਕੇ ਛਡਾ ਤੇ ਲਿਆ ਆ ਜੀ, ਪਰ ਕੱਲ ਨੂੰ ਫੇਰ ਦੁਬਾਰਾ ਚੱਕ ਸਕਦੇ ਆ, ਡਰ ਪੂਰਾ ਆ। ਜਾਂ ਇਹ ਵੀ 2 ਵਾਰੀ ਕਿਸੇ ਪਰਿਵਾਰ ਨਾਲ ਹੋ ਗਿਆ, ਹੁਣ ਉਹ ਇਹ ਥੋੜੀ ਅੜੀਕੂਗਾ ਵੀ ਤੀਜੀ ਵਾਰੀ ਫਿਰ ਮੈਂ ਹੁਣ ਪੈਸੇ ਦੇਈ ਚੱਲਾਂ ਉਹਨਾਂ ਨੂੰ, ਉਹਨੇ ਫਿਰ ਉੱਥੋਂ ਨਿਕਲਣੇ ਦੀ ਕੋਸ਼ਿਸ਼ ਕਰਨੀ। ਸੋ ਉਹ ਰਿਫਿਊਜੀ ਸੀਗੇ ਇਹ ਵੀ ਜਿਨ੍ਹਾਂ ਨੂੰ ਉੱਥੇ ਤਾਂ ਕਰਕੇ ਨਾ ਕਰ ਦਿੱਤੀ ਗਈ ਕਿਉਂਕਿ ਭਾਰਤ ਸਰਕਾਰ ਕਹਿੰਦੀ ਵੀ ਇਹਨਾਂ ਨੂੰ ਉੱਥੇ ਨਾ ਰਿਫਿਊਜੀ ਸਟੇਟਸ ਦਿੱਤਾ ਜਾਵੇ। ਉਹ ਫਿਰ ਅੱਗੇ ਕਹਿੰਦੇ ਵੀ ਵਨ ਆਫ ਦਾ ਇੰਡੀਅਨ ਗਵਰਨਮੈਂਟਸ ਟਾਰਗੇਟਸ ਵਾਜ਼ ਅ ਮੈਡੀਕਲ ਡਾਕਟਰ from a small town in Punjab who in the late 1960s had rekindled the fire of an independent Khalistan. He had also managed to elude the vast security dragnet, making his way to the west. His name was Dr. Jagjit Singh Chauhan. ਠੀਕ ਹੈ ਜੀ। ਹੁਣ ਇਹ ਧਿਆਨ ਰੱਖਿਓ, ਆਪਾਂ ਪਹਿਲਾਂ ਵੀ ਇਹਨੂੰ ਜਗਜੀਤ ਸਿੰਘ ਚੌਹਾਨ ਬਾਰੇ ਗੱਲ ਕੀਤੀ ਆ। ਬਿਲਕੁਲ। ਤੇ ਉਹ ਇਹ ਕਹਿ ਰਿਹਾ ਵੀ 1960ਵਿਆਂ ਦੇ ਵਿੱਚ ਵੀ ਜਦੋਂ ਕਹਿ ਲਓ ਵੀ 60s ਖਤਮ ਹੋਣ ਵਾਲੀਆਂ ਸੀ, ਉਸ ਵੇਲੇ ਇਹ ਵੀ ਜਿੰਨਾ ਵੀ ਸਿਕਿਉਰਿਟੀ ਦਾ ਅਪਰੇਟਸ ਸੀਗਾ
ਇਹ ਭਾਰਤ ਸਰਕਾਰ ਦਾ, ਉਹਨੂੰ ਸਾਰੇ ਤੋਂ ਬਚ ਕੇ ਤੇ ਇਹ ਜਗਜੀਤ ਸਿੰਘ ਚੌਹਾਨ ਜਿਹੜਾ ਆ ਉਹ ਪੱਛਮ ਦੇ ਵਿੱਚ ਜਾ ਕੇ ਤੇ ਰਹਿਣ ਲੱਗ ਪਿਆ। An experienced and wily politician, Chauhan entered politics। ਹੁਣ ਆਹ ਕਹਾਣੀ ਸੁਣਿਓ ਵੀ ਉਹ ਕਿੱਦਾਂ ਕਿੱਥੋਂ ਆ ਕੇ ਵੀ ਟੱਕਰਾਂ ਮਾਰਦਾ ਤੇ ਕਿੱਦਾਂ ਕਿੱਥੇ ਪਹੁੰਚਿਆ ਜੀ। An experienced and wily politician, Chauhan entered politics, he would say, because as a physician he could feel the pain of the Punjabi farmers who received such poor payments for their meager harvests of grain। ਠੀਕ ਆ ਜੀ, ਚਲੋ ਇੱਥੇ ਤੱਕ ਤੇ ਮਤਲਬ ਉਹਦਾ ਹੋ ਗਿਆ ਨਾ ਵੀ ਜਿਹੜਾ ਕਹਿੰਦੇ ਵੀ ਇਹ ਵੀ ਬਹੁਤ ਵਧੀਆ ਕੰਮ ਕਰ ਰਿਹਾ ਮੈਂ, ਵੀ ਇਸ ਕਰਕੇ ਵੀ ਮੇਰੇ ਤੋਂ ਵੀ ਜਿਹੜਾ ਕਿਸਾਨ ਆ ਵੀ ਉਹਦਾ ਜਿਹੜਾ ਦਰਦ ਆ ਵੀ ਉਹ ਨਹੀਂ ਦੇਖਿਆ। His first steps towards a seat in the Punjab state legislature were as naive as they were fruitless। He was trounced as an independent। So independent ਖੜਾ ਹੋਇਆ MLA ਲਈ ਜੀ ਤੇ ਜ਼ਮਾਨਤ ਜ਼ਬਤ ਕਰਾ ਬੈਠਿਆ। In his second attempt, he courted the support of the Communist Party of India। ਸੋ ਹੁਣ ਤੁਸੀਂ ਇਹ ਵੀ ਦੇਖੋ ਵੀ ਜਿਹਨੂੰ ਕਿਹਾ ਜਾ ਰਿਹਾ ਵੀ ਇਹ ਵੀ ਖਾਲਿਸਤਾਨ ਇਹਨੇ ਬਣਾਉਣਾ ਸੀ, ਰਾਸ਼ਟਰਪਤੀ ਖਾਲਿਸਤਾਨ ਦਾ, ਔਰ ਸਾਰਾ ਕੁਝ ਜਿਹੜਾ ਉਹ ਕਮਿਊਨਿਸਟ ਪਾਰਟੀ ਦੇ ਵਿੱਚੋਂ ਨਿਕਲ ਕੇ ਆਇਆ ਹੈ ਜੀ। He lost again, his own father refusing to vote for him। ਸੋ ਇਹ ਵੀ ਹੁਣ ਦੇਖ ਲਓ ਵੀ ਉਹਦੇ ਆਪਣੇ ਪਿਓ ਨੇ ਵੀ ਉਹਨੂੰ ਵੋਟ ਨਹੀਂ ਪਾਈ। Following his repudiation of the communists, Chauhan ran again। This time as a member of the Akali Dal, the predominant religious party of the Sikhs, and was successful। ਸੋ ਵੀ ਜਦੋਂ ਦੇਖਿਆ ਵੀ ਕਾਮਿਊਨਿਸਟਾਂ ਨੂੰ ਵੋਟ ਨਹੀਂ ਪੈਂਦੀ ਤੇ ਉਹਨੇ ਛਲਾਂਗ ਮਾਰੀ, ਕਾਮਿਊਨਿਸਟਾਂ ਨੂੰ ਗਾਲਾਂ ਕੱਢਦਾ ਹੋਇਆ ਅਕਾਲੀ ਦਲ ਦੇ ਵਿੱਚ ਜਾ ਕੇ ਤੇ ਉਹਨਾਂ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜ ਕੇ ਤੇ ਜਿੱਤ ਗਿਆ। So in 1969 he held the position of finance minister in Punjab। But in the unpredictable and volatile political climate of the subcontinent, he lost the next election। ਸੋ 69 ਦੇ ਵਿੱਚ ਬਾਦਲ ਦੀ ਸਰਕਾਰ ਸੀ ਵੀ ਜਿਹਦੇ ਵਿੱਚ ਇਹ ਜਗਜੀਤ ਚੌਹਾਨ ਜਿਹੜਾ ਆ ਇਹਨੂੰ ਉਹਨਾਂ ਨੇ ਖਜ਼ਾਨਾ ਮੰਤਰੀ ਲਾਤਾ, ਪਰ ਅਗਲੀ ਇਲੈਕਸ਼ਨ ਦੇ ਵਿੱਚ ਹਾਰ ਗਿਆ ਫਿਰ। ਪਰ ਇਹਨੇ ਐਜ਼ ਖਜ਼ਾਨਾ ਮੰਤਰੀ ਚੰਗੀਆਂ ਠੱਗੀਆਂ ਮਾਰੀਆਂ ਸੀ, ਪੈਸਾ ਕਾਫੀ ਇੱਧਰ ਉੱਧਰ ਕੀਤਾ ਠੀਕ ਹੈ ਤੇ ਉਹੀ ਕਾਰਨ ਦੱਸਦੇ ਆ ਵੀ ਕਿਉਂ ਇਹ ਮੁਲਕ ਛੱਡ ਕੇ ਦੌੜਿਆ। ਸੋ ਹੀ ਸਬਸੀਕੁਐਂਟਲੀ ਬਿਕੇਮ ਜਨਰਲ ਸੈਕਟਰੀ ਆਫ ਦੀ ਅਕਾਲੀ ਦਲ। ਵੀ ਅਕਾਲੀ ਦਲ ਦਾ ਫਿਰ ਜਨਰਲ ਸਕੱਤਰ ਬਣ ਕੇ ਤੇ ਬਹਿ ਗਿਆ। So at that time there was deep and widespread frustration in Punjab। The Sikhs, with 56% of the population of Punjab, could not dominate any government because of widespread political differences। Another grievance concerned Punjab's capital। When the Punjab state had been formed in 1966, portions of it were taken away to make the largely Hindu state of Haryana। Chandigarh, the glorious city designed by the famous French architect Le Corbusier, became a shared capital between Punjab and Haryana। For the Sikhs, the arrangement was unacceptable। An old Sikh leader, Darshan Singh Feruman, went on a hunger strike demanding action on the capital। He died 74 days later on October 27, 1969। Chauhan told reporters that he had sat by Feruman on the day he died and had been advised by the weakened man to carry on the work he could not complete। According to Chauhan, the dying man whispered the Sikhs must have their own country। ਸੋ ਹੁਣ ਮਤਲਬ ਇਹ ਖੇਡਾਂ ਜਿਹੜੀਆਂ ਨੇ ਨਾ ਖੇਡਦੇ ਜੀ ਤੇ ਉਹ ਸਾਰੀਆਂ ਇਹ ਆ ਵੀ ਇੱਕ ਤੇ ਇਹ ਵੀ ਜਦੋਂ ਫੇਰੂਮਾਨ ਮਰ ਗਿਆ ਜੀ ਤੇ ਉਹਦੇ ਕੋਲੋਂ ਕੋਈ ਕਨਫਰਮ ਨਹੀਂ ਕਰ ਸਕਦਾ ਵੀ ਕਿੱਦਾਂ ਭਾਈ ਵੀ ਤੂੰ ਕਿਹਾ ਸੀ। ਬਿਲਕੁਲ। ਤੇ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਜਦੋਂ ਕੋਈ ਵੀ ਘਟਨਾ ਇੱਦਾਂ ਦੀ ਹੁੰਦੀ ਹੈ ਜਿੱਦਾਂ 84 ਦਰਬਾਰ ਸਾਹਿਬ ਤੇ ਹਮਲਾ ਵਾਪਰਿਆ ਜਾਂ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਸਿੱਖ ਜਿਹੜੇ ਆ ਵੀ ਉਹ ਸੋਚੂਗੇ ਵੀ ਭਾਈ ਸਾਨੂੰ ਆਪਣਾ ਆਜ਼ਾਦ ਮੁਲਕ ਚਾਹੀਦਾ ਹੈ। ਜੇ ਆਹ ਮੁਲਕ ਦੇ ਵਿੱਚ ਮੁਲਕ ਦੀ ਸਰਕਾਰ ਤੇ ਹੋਰ ਜਿਹੜਾ ਨਿਜ਼ਾਮ ਆ ਵੀ ਉਹ ਆਹ ਸਭ ਕੁਝ ਕਰ ਰਿਹਾ ਆਜ਼ਾਦ ਮੁਲਕ ਜਿਹੜਾ ਆ ਵੀ ਉਹ ਮੰਗਣ ਦੇ ਵਿੱਚ ਮਤਲਬ ਕਿਸੇ ਨੂੰ ਫਿਰ ਕੀ ਪ੍ਰੋਬਲਮ ਹੋ ਰਹੀ। ਬਿਲਕੁਲ। ਜੇ ਤੁਸੀਂ ਕਹਿੰਦੇ ਆ ਵੀ ਨਹੀਂ ਜੀ ਤੁਹਾਨੂੰ ਆਜ਼ਾਦ ਮੁਲਕ ਨਹੀਂ ਚਾਹੀਦਾ ਫਿਰ ਜਿਹੜਾ ਆਪਣਾ ਨਿਜ਼ਾਮ ਆ ਉਹਨੂੰ ਠੀਕ ਕਰ ਲਓ। ਜਿਹੜੇ ਬੰਦਿਆਂ ਨੇ ਇੱਕ ਧੱਕਾ ਕੀਤਾ ਆ ਵੀ ਉਹਨਾਂ ਨੂੰ ਸਜ਼ਾਵਾਂ ਦੇ ਦਿਓ। ਨਹੀਂ ਜਦੋਂ ਜੇ ਮਾਜੀ 1947 ਤੋਂ ਪਹਿਲਾਂ ਦੀ ਗੱਲ ਕਰ ਲਈਏ ਆਪਾਂ ਉਦੋਂ ਕਿਹੜੀ ਆਜ਼ਾਦੀ ਇਹ ਭਾਲਦੇ ਸੀਗੇ। ਬਿਲਕੁਲ।
ਮਤਲਬ ਕੋਈ ਇੱਕ ਹਾਂ ਦੱਸਣ, ਕੋਈ ਗਰਾਊਂਡ ਦੱਸਣ ਜਾਂ ਕੋਈ ਇਮੇਜਿਨ ਕਰਕੇ ਦੱਸਣ ਕਿਹੜੀ ਆਜ਼ਾਦੀ ਇਹ ਭਾਲਦੇ ਸੀਗੇ। ਜੇ ਇਸ ਕਰਕੇ ਕਹਿੰਦੇ ਸੀਗੇ ਵੀ ਕਿਉਂਕਿ ਬ੍ਰਿਟਿਸ਼ ਜਿਹੜੇ ਆ ਉਹ ਰੂਲ ਕਰ ਰਹੇ Rule ਸਾਡੇ ਕਰ ਤੇ, ਰਹੇ ਸੀ। ਅਸੀਂ ਆਪ ਕਰਨਾ। ਬਿਲਕੁਲ। ਉਹ ਰੂਲ ਫਿਰ ਸਾਡੇ ਤੇ ਵੀ ਲੱਗ ਰਿਹਾ ਸਾਡੇ ਭਾਈ, ਤੇ ਵੀ ਲੱਗ ਰਿਹਾ ਹੈਗਾ ਆ ਸਿੱਖਾਂ ਤੇ। ਜੇ ਦੂਜਾ ਇਹ ਜੇ ਦਲੀਲ ਇਹ ਦਿੰਦੇ ਸੀਗੇ ਕਿ ਭਾਈ ਇਹ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਦੀ ਤਰ੍ਹਾਂ ਟ੍ਰੀਟ ਕਰਦੇ ਤਾਂ ਸਾਨੂੰ ਆਜ਼ਾਦੀ ਚਾਹੀਦੀ ਹੈ, ਉਹ ਵੀ ਸਾਡੇ ਤੇ ਲੱਗ ਰਿਹਾ ਹੈਗਾ। ਉਹ ਰੀਜ਼ਨ ਵੀ ਸਿੱਖਾਂ ਕੋਲੇ ਹੈਗਾ, ਸਿੱਖਾਂ ਕੋਲ ਹੈਗਾ ਆ। ਫਿਰ ਤੁਸੀਂ ਕਿਉਂ ਉਹਨੂੰ ਇਦਾਂ ਬਿਲਕੁਲ ਗਲਤ ਨਿਗਾਹ ਨਾਲ ਦੇਖ ਰਹੇ ਹੋ ਭਾਈ, ਕਿਉਂ ਉਹਨੂੰ ਆਤੰਕਵਾਦੀ ਕਹਿ ਰਹੇ ਹੋ? ਨਾਲੇ ਗੱਲ ਇਹ ਆ ਵੀ ਜਿੱਦਾਂ ਦੂਸਰਾ ਕਹਿ ਲਓ ਵੀ ਸਕਾਟਲੈਂਡ ਦੀ ਐਗਜ਼ਾਮਪਲ ਹੈਗੀ ਆ ਜੀ ਵੀ ਉਹ ਇਸ ਵੇਲੇ ਬ੍ਰਿਟਨ ਦਾ ਹਿੱਸਾ ਨੇ, ਹਾਂਜੀ, ਪਰ ਉਹਨਾਂ ਦੇ ਕੋਲੇ ਰਾਈਟ ਆ ਵੀ ਉਹ ਜਦੋਂ ਮਰਜ਼ੀ ਜਿਹੜਾ ਰੈਫਰੈਂਡਮ ਕਾਲ ਕਰਕੇ ਜੀ, ਤੇ ਆਪਣੀ ਜਿਹੜੀ ਪਾਪੂਲੇਸ਼ਨ ਆ ਉਹਨੂੰ ਕਹਿ ਸਕਦੇ ਆ ਵੀ ਭਾਈ ਵੀ ਵੋਟ ਪਾ ਲਓ ਵੀ ਤੁਸੀਂ ਬ੍ਰਿਟਨ ਦੇ ਵਿੱਚ ਹੀ ਰਹਿਣਾ ਬਿਲਕੁਲ ਕਿ ਇੰਡੀਪੈਂਡੈਂਟ ਹੋਣਾ। ਬਿਲਕੁਲ ਵੀ ਉਹ ਸਾਰਾ ਕੁਝ ਜਿਹੜਾ ਆ ਉਹ ਭਾਰਤ ਦੇ ਵਿੱਚ ਕਿਉਂ ਨਹੀਂ? ਭਾਰਤ ਦੇ ਵਿੱਚ ਨਹੀਂ, ਮਤਲਬ ਆਪਾਂ ਜਿਹੜਾ ਹੁਣ ਇਹ ਰੈਫਰੈਂਡਮ 2020 ਹੋਇਆ ਆਪਾਂ ਉਹਦੇ ਹੱਕ 'ਚ ਨਹੀਂ ਹੈਗੇ, ਬਿਲਕੁਲ। ਲੇਕਿਨ ਇਹ ਗੱਲ ਕਰਦੇ ਆ ਕਿ ਭਾਈ ਇੰਡੀਆ ਅਲਾਓ ਕਿਉਂ ਨਹੀਂ ਕਰ ਰਹੀ ਰੈਫਰੈਂਡਮ ਕਰਾਉਣ ਨੂੰ, ਉਹਨਾਂ ਨੂੰ ਪ੍ਰੋਬਲਮ ਕੀ ਹੈਗੀ ਆ। ਤੇ ਗੱਲ ਦੂਜੀ ਹੈ ਨਾ ਭਾਈ, ਜਦੋਂ ਹਿੰਦੂਆਂ ਦੀ ਵੀ ਗੱਲ ਕਰਦੇ ਆ ਆਪਾਂ, ਮੈਜੋਰਟੀ 'ਚ ਉਹ ਹੈਗੇ ਆ। ਹੁਣ ਇੱਥੇ ਇਹ ਵੀ ਆਪਾਂ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ, ਜਦੋਂ ਉਹ ਹਿੰਦੁਸਤਾਨ ਕਹਿੰਦੇ ਆ ਕਿਹੜੇ ਗਰਾਊਂਡ ਤੇ ਕਹਿੰਦੇ ਉਹ ਹਿੰਦੁਸਤਾਨ ਹੈਗਾ ਆ, ਮਤਲਬ ਕਲੀਅਰ ਕਰਨ ਨਾ ਗੱਲਾਂ ਦੇ ਵਿੱਚ। ਮੈਜੋਰਟੀ ਦੇ ਬੇਸ ਤੇ ਕਹਿੰਦੇ ਉਦਾਂ ਕੋਈ ਉਹਦਾ ਲੀਗਲ ਨਾ ਥੋੜਾ ਹੈਗਾ ਤੇ ਜੀ। ਸੋ ਮਤਲਬ ਵੀ ਇਹ ਆ ਵੀ ਇਹ ਸਾਰਾ ਕੁਝ ਜਿਹੜਾ ਆ ਵੀ ਇਹ ਜਿਹੜੇ ਹਿੰਦੂ ਵੀਰ ਭੈਣ ਨੇ ਜਿਨ੍ਹਾਂ ਨੂੰ ਲੱਗਦਾ ਵੀ ਖਾਲਿਸਤਾਨ ਜਿਹੜਾ ਆ ਵੀ ਉਹ ਬਹੁਤ ਮਾੜੀ ਗੱਲ ਆ ਵੀ ਵੈਸੇ ਤੇ ਜਿਹੜਾ ਖਾਲਿਸਤਾਨ ਦਾ ਕਨਸੈਪਟ ਆ ਉਹਦੇ ਨਾਲ ਮੈਂ ਆਪ ਵੀ ਐਗਰੀ ਨਹੀਂ ਕਰਦਾ ਜੀ, ਪਰ ਜਿਹੜਾ ਹੱਕ ਆ ਮੰਗਣ ਦਾ ਆਜ਼ਾਦ ਮੁਲਕ, ਬਿਲਕੁਲ, ਭਾਵੇਂ ਸਿੱਖਾਂ ਦਾ ਆ ਭਾਵੇਂ ਨਾਰਥ ਈਸਟ ਦੇ ਜਿਹੜੇ ਮੁਲਕ ਆਪਣਾ ਸਟੇਟ ਨੇ ਉਹਨਾਂ ਦਾ ਆ, ਚਾਹੇ ਉਹ ਸਾਊਥ ਭਾਵੇਂ ਥੱਲੇ ਸਾਊਥ ਵਾਲਿਆਂ ਦਾ ਆ, ਉਹ ਹਰੇਕ ਦਾ ਜਿਹੜਾ ਆ ਉਹ ਹੋਣਾ ਚਾਹੀਦਾ। ਕਿਉਂਕਿ ਮੈਂ ਜੇ ਆਪਣੇ ਆਪ ਨੂੰ ਪੰਜਾਬ ਦਾ ਬਸਿੰਦਾ ਕਵਾਂ ਵੀ ਮੈਂ ਪੰਜਾਬ 'ਚ ਵੱਸਦਾ ਤੇ ਉੱਥੇ ਰਹਿ ਕੇ ਤੇ ਮੈਂ ਇਹ ਕਵਾਂ ਵੀ ਨਹੀਂ ਜੀ ਨਹੀਂ, ਵੀ ਜਿਹੜਾ ਆਖੇ ਤਾਮਿਲਨਾਡੂ ਦਾ ਬੰਦਾ ਆ ਵੀ ਉਹਨੂੰ ਕੋਈ ਹੱਕ ਨਹੀਂ ਹੈਗਾ ਵੀ ਉਹ ਆਪਣਾ ਅਲੱਗ ਆਜ਼ਾਦ ਤਾਮਿਲਨਾਡੂ ਬਣਾ ਸਕੇ, ਮੇਰਾ ਕੀ ਰਾਈਟ ਹੈ ਇਹ ਕਹਿਣੇ ਦਾ? ਕੋਈ ਰਾਈਟ। ਮੈਂ ਜਾਣੀ ਕਿ ਵੀ ਮੈਂ ਇਹ ਚਾਹੁੰਦਾ ਆ ਵੀ ਮੈਂ ਦੂਜਿਆਂ ਦੇ ਉੱਤੇ ਡਿਸਾਈਡ ਕਰਾਂ ਵੀ ਉਹਨਾਂ ਦੇ ਕੀ ਰਾਈਟ ਹੈਗੇ ਕੀ ਨਹੀਂ ਜਦ ਕਿ ਵੀ ਗੱਲ ਸਿੱਧੀ ਜਿਹੀ ਆ ਵੀ ਉਹਨਾਂ ਜਿਹੜੇ ਲੋਕਾਂ ਦਾ ਰਾਈਟ ਹੈਗਾ ਆ ਜਿਹੜੇ ਮੰਗਦੇ ਪਏ ਆ ਉੱਥੇ ਦੀ ਜਿਹੜੀ ਪਾਪੂਲੇਸ਼ਨ ਇਫੈਕਟ ਹੁੰਦੀ ਆ ਉਹਨੂੰ ਤੁਸੀਂ ਪੁੱਛੋ, ਰੈਫਰੈਂਡਮ ਕਰਾਓ। ਸਕਾਟਲੈਂਡ ਵਾਲਿਆਂ ਨੇ ਕਰਵਾਇਆ ਰੈਫਰੈਂਡਮ, ਉਹਦੇ ਵਿੱਚ ਜਿਹੜੇ 50% ਤੋਂ ਉੱਪਰ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਬ੍ਰਿਟਨ ਦੇ ਵਿੱਚ ਰਹਿਣਾ ਜੀ ਜੀ, ਤੁਸੀਂ ਵੀ ਰੈਫਰੈਂਡਮ ਕਰਾਓ, ਉੱਥੋਂ ਪੁੱਛੋ। ਬਿਲਕੁਲ ਹਾਂ, ਇਹ ਗੱਲ ਪੱਕੀ ਆ ਵੀ ਰੈਫਰੈਂਡਮ ਜਿਹੜਾ ਆ ਉਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਉੱਤੇ ਨਹੀਂ ਹੋਣਾ ਚਾਹੀਦਾ, ਬਿਲਕੁਲ ਬੈਲਟ ਪੇਪਰ ਦੇ ਉੱਤੇ ਹੋਵੇ, ਕਿਉਂਕਿ ਉਹ ਤੇ ਤੁਹਾਡਾ ਜਿਹੜਾ ਕੁੱਤਪੁਣੇ ਆ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਵਾਲੇ ਉੱਤੇ ਸਾਫ਼ ਦਿਖ ਰਹੇ ਆ ਵੀ ਜੇ ਡਰ ਹੋਵੇ ਤੁਹਾਨੂੰ ਵੀ ਜੋ ਹਰਕਤਾਂ ਕਰਦੇ ਪਏ ਆ ਤੁਸੀਂ ਵੀ ਉਹ ਅਗਲੇ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਵੋਟ ਨਹੀਂ ਪੈਣੀ ਤੇ ਤੁਸੀਂ ਇਹ ਹਰਕਤਾਂ ਕਦੀ ਵੀ ਨਾ ਕਰੋ। ਜਿਹੜੀਆਂ ਹਰਕਤਾਂ ਇਸ ਵੇਲੇ ਸਰਕਾਰ ਕਰਦੀ ਪਈ ਆ ਭਾਰਤ ਦੀ 14 ਤੋਂ ਲੈ ਕੇ ਕੀਤੀਆਂ ਨੇ, ਉਹ ਉਸੇ ਬੇਸ ਦੇ ਉੱਤੇ ਹੀ ਹੋ ਰਹੀਆਂ ਵੀ ਉਹਨਾਂ ਨੂੰ ਪਤਾ ਆ ਵੀ ਜਿਹੜੀਆਂ ਵੋਟਿੰਗ ਮਸ਼ੀਨਾਂ ਨੇ ਉਹਨਾਂ ਦੇ ਕੰਟਰੋਲ 'ਚ ਆ, ਔਰ ਉਹ ਉੱਥੋਂ ਵੀ ਪਤਾ ਲੱਗ ਰਿਹਾ ਵੀ ਜਦੋਂ ਇੱਕ ਵਾਰੀ ਆ ਡੀਮੋਨੇਟਾਈਜੇਸ਼ਨ ਹੋਈ ਆ, ਹੋਰ ਜਿੰਨੇ ਵੀ ਫੈਸਲੇ ਹੋਏ ਆ, ਜਿੰਨਾ ਲੋਕਾਂ ਨੂੰ ਦੁਖੀ ਕਰ ਮਾਰਿਆ ਉਹਨਾਂ ਫੈਸਲਿਆਂ ਨੇ, ਉਹ ਤੋਂ ਬਾਅਦ ਕਿਹੜਾ ਤਬਕਾ ਆ ਭਾਰਤ ਦਾ ਵੀ ਜਿਹੜਾ ਇਹਨਾਂ ਨੂੰ ਵੋਟਾਂ ਪਾ ਰਿਹਾ? ਮਤਲਬ ਆ ਜਿਹੜੀ 19 ਵਾਲੀ ਇਲੈਕਸ਼ਨ ਆ ਉਹਦੇ ਵਿੱਚ 14 ਤੋਂ ਵੀ ਵੱਡੇ ਪੱਧਰ ਦੇ ਉੱਤੇ ਜਿੱਤ ਕੇ ਅਗਲੇ ਆਏ। ਭਾਈ 19 ਵਾਲੀ ਇਲੈਕਸ਼ਨ 'ਚ ਸਾਰਿਆਂ ਨੂੰ ਇਹ ਆਸ ਸੀ ਕਿ ਇਹਨੇ ਹਾਰ ਜਾਣਾ ਤੇ ਬੜੇ ਵੱਡੇ ਪੱਧਰ ਤੇ ਹਾਰੂਗਾ, ਲੇਕਿਨ ਮਤਲਬ ਸਾਰੇ ਸ਼ੌਕਡ ਹੋ ਗਏ। ਜਿਹੜੇ ਪੋਲਿਟਿਕਸ ਦੇ ਮਾਹਰ ਨੇ ਨਾ ਉਹਨਾਂ ਨੇ ਤਾਂ ਪੂਰੀ ਭਵਿੱਖਬਾਣੀਆਂ ਕਰਦੀਆਂ ਸੀ ਕਿ ਨਹੀਂ ਐਤਕੀ ਨਹੀਂ ਬੀਜੇਪੀ ਆਉਂਦੀ ਕਿਸੇ ਵੀ ਪਾਸੇ, ਲੇਕਿਨ ਸੋ ਮਤਲਬ ਕਾਰਨ ਕੀ ਦੱਸਿਆ ਜਾ ਰਿਹਾ ਆਖੇ ਜੀ ਉਹ ਪੁਲਵਾਮਾ ਦੇ ਵਿੱਚ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਤੇ ਹਮਲਾ ਕਰਕੇ ਆਇਆ ਸੀ ਨਾ, ਬੰਬ ਸੁੱਟ ਕੇ ਆਇਆ ਸੀ ਤੇ ਤਾਂ ਕਰਕੇ ਲੋਕਾਂ ਨੇ ਵੋਟਾਂ ਪਾਤੀਆਂ। ਲੋਕੀ ਹੁਣ ਮੂਰਖ ਰਹੇ ਨਹੀਂ ਇੰਨੇ। ਸੋਸ਼ਲ ਮੀਡੀਆ 'ਤੇ ਚੁਟਕਲਾ ਘੁੰਮਦਾ ਨਾ, ਉਹ ਟਰੰਪ ਜਿੱਦਾਂ ਟਰੰਪ ਤੇ ਬੈਠੇ ਤੇ ਉਹ ਪੰਜਾਬੀ 'ਚ ਜਿੱਦਾਂ ਬਣਾ ਕੇ ਲਿਖਿਆ ਹੋਇਆ, ਕਹਿੰਦੇ ਟਰੰਪ ਪੁੱਛਦਾ ਕਿ ਭਾਈ ਮਤਲਬ ਤੂੰ ਇੰਨਾ ਧੱਕਾ ਕੀਤਾ ਜਨਤਾ ਦੇ ਨਾਲ, ਤੂੰ ਜਿੱਤ ਕਿੱਦਾਂ ਗਿਆ? ਕਹਿੰਦਾ ਤੁਹਾਡੇ ਬੈਲਟ ਪੇਪਰ ਆ, ਸਾਡੇ EVM ਮਸ਼ੀਨ ਆ, ਬਸ ਇੰਨੀ ਗੱਲ ਲਿਖੀ। ਯਾਨੀ ਗੱਲ ਮੈਸੇਜ ਕਲੀਅਰ ਹੈ ਕਿ ਮਸ਼ੀਨਾਂ ਰਾਹੀਂ ਇਹਨਾਂ ਨੇ ਧਾਂਦਲੇਬਾਜ਼ੀ ਕਰਕੇ ਜਿੱਤੇ ਆ। ਸੋ ਇਸ ਕਰਕੇ ਵੀ ਸਾਰਾ ਕੁਝ ਜਿਹੜਾ ਆ ਨਹੀਂ ਭਾਜੀ ਇਹਨਾਂ ਦੇ ਜੇ ਧੱਕੇ ਦੀ ਵੀ ਗੱਲ ਕਰੀਏ, ਹੁਣ ਸੁਪਰੀਮ ਜਿੱਥੇ ਦਾ ਮੈਨੂੰ ਹੈਗਾ ਮੇਰੀ ਨੌਲੇਜ ਹੈ, ਹੁਣ ਜੇ ਖਾਲਿਸਤਾਨ ਦਾ ਨਾਰਾ ਲਾਣਾ ਜਾਂ ਖਾਲਿਸਤਾਨ ਦੀ ਟੀ-ਸ਼ਰਟ ਪਾਉਣਾ ਜਾਂ ਲੀਗਲ ਆ, ਲੇਕਿਨ ਤੁਸੀਂ ਕਰਕੇ ਦੇਖ ਲਓ ਤੁਹਾਨੂੰ ਪੁਲਿਸ ਮਿੰਟ 'ਚ ਚੱਕ ਕੇ ਲੈ ਜਾਏਗੀ। ਕਿਹੜੇ ਵੀ ਹਫ਼ਤੇ ਚੱਕ ਰਹੀ ਹੈਗੀ, ਯਾਨੀ ਕਿ ਸਰੇਆਮ ਧੱਕਾ ਕਰ ਰਹੇ ਆ ਲੋਕਾਂ ਦੇ ਨਾਲ। ਬਿਲਕੁਲ, ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਨਾ ਹੈਗਾ। ਮਤਲਬ ਗੱਲ ਇਹ ਆ ਵੀ ਜਦੋਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਕਿੰਤੂ ਕੀਤਾ ਜਾਂਦਾ ਭਾਰਤ ਸਰਕਾਰ ਦੇ ਹਿਊਮਨ ਰਾਈਟਸ ਦਾ ਜਿਹੜਾ ਟਰੈਕ ਰਿਕਾਰਡ ਆ ਉਹਦੇ ਉੱਤੇ,
ਤੇ ਉਹ ਝਟ ਕਹਿੰਦੇ ਆ ਦੇਖੋ ਜੀ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਆ ਵੀ ਆ ਸਾਡੇ ਕੋਲੇ ਤੇ ਅਸੀਂ ਤਾਂ ਇਹਨੂੰ ਫੋਲੋ ਕਰ ਰਹੇ ਆ ਵੀ ਜੇ ਚੋਂ ਕਹਿ ਰਹੇ ਆ ਵੀ ਖਾਲਿਸਤਾਨ ਮੰਗਣਾ ਜਾਂ ਇੰਡੀਆ ਤੋਂ ਅਲੱਗ ਹੋਣਾ ਵੀ ਕੋਈ ਉਹਦੇ ਵਿੱਚ ਗਲਤ ਗੈਰ ਕਾਨੂੰਨੀ ਨਹੀਂ ਹੈਗਾ, ਫਿਰ ਉਹ ਅਗਲਿਆਂ ਦਾ ਮੂੰਹ ਚੁੱਪ ਕਰਾਉਂਦੇ ਆ, ਬੰਦ ਕਰਾਉਂਦੇ, ਜਾਂ ਕਹਿ ਲਓ ਵੀ ਉਹਨਾਂ ਨੂੰ ਬਹਾਨਾ ਦੇ ਦਿੰਦੇ ਆ ਵੀ ਹਾਂਜੀ ਆ ਦੇਖੋ ਜੀ ਉਹਨਾਂ ਕੋਲੇ ਹੈਗਾ ਭਈ। ਨਹੀਂ ਤਾਂ ਜੇ ਤੁਸੀਂ ਗਰਾਊਂਡ ਰਿਐਲਿਟੀ ਵੇਖੋ ਵੀ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਆ ਵੀ ਜਿਹੜੀ ਹਿਊਮਨ ਰਾਈਟਸ ਦੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਉਹ ਇੰਡੀਆ ਦੇ ਵਿੱਚ ਆਪਰੇਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਉੱਤੇ ਉਹਨਾਂ ਨੇ ਈਡੀ ਦੀਆਂ ਰੇਡਾਂ ਮਰਵਾਈਆਂ ਭਾਰਤ ਸਰਕਾਰ ਨੇ, ਉਹ ਛੱਡ ਕੇ ਪਾਸੇ ਹੋ ਗਏ। ਭਈ ਜੇ ਇਹ ਇਦਾਂ ਹੀ ਕਰਨਾ ਆ ਧੱਕਾ ਕਰਨਾ ਫਿਰ ਅਸੀਂ ਤਾਂ ਮਤਲਬ ਆਪਰੇਟ ਕਰ ਹੀ ਨਹੀਂ ਸਕਦੇ ਲੀਗਲੀ। ਤੇ ਉਹਨਾਂ ਨੇ ਇਹ ਵੀ ਉੱਥੋਂ ਦਫ਼ਤਰ ਹੀ ਬੰਦ ਕਰ ਦਿੱਤਾ ਇਹ ਦਿੱਲੀ ਦੇ ਵਿੱਚੋਂ ਇੰਡੀਆ ਤੋਂ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਚੀਜ਼ਾਂ ਹੌਲੀ ਹੌਲੀ ਕਰਕੇ ਇਹ ਸਾਰੀ ਚੀਜ਼ਾਂ ਸਾਨੂੰ ਦਿਮਾਗ 'ਚ ਰੱਖਣੀਆਂ ਪੈਣੀਆਂ ਆ ਤੇ ਉਹ ਤਦ ਹੀ ਸਾਨੂੰ ਪਿਕਚਰ ਕਲੀਅਰ ਹੋਣੀ ਕਿ ਸਰਕਾਰਾਂ ਕੀ ਚਾਹੁੰਦੀਆਂ ਤੇ ਕਿਹੜੇ ਤਰੀਕੇ ਨਾਲ ਕਰਦੀਆਂ ਹੈਗੀਆਂ। ਬਿਲਕੁਲ ਜੀ। ਸੋ ਅੱਗੇ ਫਿਰ ਉਹ ਲਿਖਦੇ ਆ ਵੀ ਚੌਹਾਨ while still the general secretary of the Akali Dal disappeared from India in 1970, leaving behind a wife, his home and medical clinic. He went to Pakistan. There are two versions of his visit to India's old enemy. The Indian government claims that he went to Pakistan solely to set up a support network for the Khalistan movement. Since then, India has continued to claim that the separatist movement is entirely Pakistan inspired and has little to do with India's treatment of the Sikhs. Chauhan's supporters and some leaders of the Akali Dal, however, say he went to negotiate for the Sikh control over the important Sikh temples that remained in that country, yani Sikh Gurdwaras, including the Nankana Sahib Gurdwara, the birthplace of Guru Nanak, founder of Sikhism. The Akalis were losing ground in Punjab and believed that the success of Chauhan's mission in Pakistan would boost the party's political fortunes. However, while he was there, the Third Indo-Pakistani War started. To avoid being condemned as traitors, the Akalis quickly revoked his membership and denounced his visit. Chauhan chose not to return to a hostile Punjab and fled to the west, convinced more than ever that the future of the Sikhs lay in an independent Khalistan. ਹੁਣ ਇਹ ਕਹਾਣੀ ਦੇਖੋ ਵੀ ਮਤਲਬ ਕਿੱਡੀ ਅਜੀਬੋ ਗਰੀਬ ਆ ਜੀ। 1970 ਦੇ ਵਿੱਚ ਉਹ ਗਿਆ ਆ ਪੰਜਾਬ ਚੋਂ ਗਾਇਬ ਹੋਇਆ ਪਾਕਿਸਤਾਨ ਲਈ ਜੀ, ਤੇ ਲੜਾਈ ਲੱਗੀ 1971 ਦੇ ਵਿੱਚ ਪਾਕਿਸਤਾਨ ਦੇ ਨਾਲ। ਸੋ ਕਿੰਨੇ ਮਹੀਨੇ ਜਾਂ ਕਿੰਨੇ ਸਾਲ ਵੀ ਉਹ ਉੱਥੇ ਰਿਹਾ। ਫਿਰ ਜਦੋਂ ਉਹ ਗਿਆ ਆਫਟਰ ਫਲੀਇੰਗ ਪਾਕਿਸਤਾਨ, ਚੌਹਾਨ ਸਰਫੇਸਡ ਇਨ ਇੰਗਲੈਂਡ ਔਨ October 13, 1971। ਸੋ ਹੁਣ ਉਹ ਡੇਟਾਂ ਜਿਹੜੀਆਂ ਭਾਈ ਵੀ ਉਹ ਕੱਢ ਕੇ ਦੇਖ ਲਿਓ ਵੀ ਜਿੱਥੋਂ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਇੰਨੀ ਦੇਰ ਤੱਕ ਵੀ ਉਹ ਪਾਕਿਸਤਾਨ ਵੀ ਇਹ ਵੀ ਗੁਰਦੁਆਰਿਆਂ ਦੇ ਕੰਟਰੋਲ ਦੀ ਨੈਗੋਸ਼ੀਏਸ਼ਨ ਕਰ ਰਿਹਾ ਸੀ ਜਾਂ ਕੁਛ ਹੋਰ ਕਰ ਰਿਹਾ ਸੀ। ਬਿਲਕੁਲ ਕਿਉਂਕਿ ਇਹ ਜਿਹੜੀਆਂ ਗੱਲਾਂ ਇਹਦੇ ਨਾਲ ਫਿਰ ਤੁਹਾਨੂੰ ਥੋੜ੍ਹੇ ਜਿਹੇ ਤੱਥ ਉਹ ਵੀ ਜੋੜ ਲੈਣੇ ਚਾਹੀਦੇ ਆ ਵੀ ਜਿਹੜੀ ਨਾ ਰਿਸਰਚ ਐਂਡ ਐਨਾਲਿਸਿਸ ਵਿੰਗ ਆ ਵੀ ਜਿਹੜੀ ਰॉ ਜਿਹਨੂੰ ਕਹਿੰਦੇ ਆ ਵੀ ਉਹਦਾ ਕੰਮ ਇਹ ਸੀਗਾ ਉਹ ਸੈਟਅਪ ਅਸਲ ਦੇ ਵਿੱਚ 67 ਜਾਂ 68 'ਚ ਕੀਤੀ ਗਈ ਜੀ। ਤੇ ਉਹਦਾ ਕੰਮ ਇਹ ਸੀਗਾ ਭਈ ਭਾਰਤ ਤੋਂ ਬਾਹਰ ਜਿਹੜੀ ਜਸੂਸੀ ਆ ਭਾਰਤ ਸਰਕਾਰ ਦੀ ਉਹ ਵੀ ਉਹਦਾ ਏਜੰਸੀ ਉਹ ਸੀ। ਤੇ ਉਹਦੇ ਵਿੱਚ ਬਹੁਤੇ ਜਿਹੜੇ ਸ਼ੁਰੂ ਦੇ ਵਿੱਚ ਰਿਕਰੂਟ ਕੀਤੇ ਗਏ ਉਹ ਸਿੱਖਾਂ ਨੂੰ ਰਿਕਰੂਟ ਕੀਤਾ ਵੀ ਜਿਹਦੇ ਵਿੱਚ ਆ ਹਰਭਜਨ ਸਿੰਘ ਯੋਗੀ ਵੀ ਆਉਂਦਾ ਆ, ਫਿਰ ਆ ਜਿਹੜਾ ਦੂਸਰਾ ਹੈਗਾ ਆ ਵਿਰਸਾ ਸਿੰਘ ਗੋਬਿੰਦ ਸਦਨ ਵਾਲਾ ਦਿੱਲੀ ਵਾਲਾ ਉਹ ਵੀ ਸੀਗਾ, ਫਿਰ ਹਾਂ ਜਿਹੜਾ ਆ ਆਪਣਾ ਜਗਜੀਤ ਸਿੰਘ ਚੌਹਾਨ ਵੀ ਉਹਦੇ ਵਿੱਚ ਹੀ ਆਉਂਦਾ ਆ। ਵੀ ਇਹ ਸਾਰੇ ਜਿਹੜੇ ਆ ਇੱਕ ਇੱਕ ਪ੍ਰੋਜੈਕਟ ਲਈ ਉੱਥੋਂ ਭਾਰਤ ਦੇ ਵਿੱਚੋਂ ਬਕਾਇਦਾ ਨਿਕਲੇ ਸੀ। ਤੇ ਜਿਹੜਾ ਸੀਗਾ ਆਪਣਾ ਬੰਗਲਾਦੇਸ਼ ਦਾ ਜਿਹੜਾ ਉਹਨਾਂ ਦਾ ਪ੍ਰੋਜੈਕਟ ਸੀਗਾ ਭਈ ਬੰਗਲਾਦੇਸ਼ ਬਣਾਉਣਾ ਆ ਤੇ ਜਿਹੜਾ ਕਹਿ ਲਓ ਵੀ ਈਸਟ ਪਾਕਿਸਤਾਨ ਆ ਵੀ ਉਹਨੂੰ ਪਾਕਿਸਤਾਨ ਨਾਲੋਂ ਤੋੜ ਕੇ ਅੱਡ ਮੁਲਕ ਬਣਾਉਣਾ, ਉਹ ਰਾਤ ਦਾ ਹੀ ਸਾਰਾ ਪ੍ਰੋਜੈਕਟ ਸੀਗਾ। ਸੋ ਇਸ ਕਰਕੇ ਵੀ ਉਹ ਸਾਰੀਆਂ ਜਦੋਂ ਤੁਸੀਂ ਚੀਜ਼ਾਂ ਜੋੜਦੇ ਆ ਤੇ ਫਿਰ ਹੌਲੀ ਹੌਲੀ ਸਮਝ ਆਉਣ ਲੱਗਦੀ ਆ ਵੀ ਇਹ ਜਿਹੜੇ ਕਹਿ ਲਓ ਵੀ ਕਰਿੰਦੇ ਜਾਂ ਜਿਹੜੇ ਮੋਹਰੇ ਸੀਗੇ ਸਰਕਾਰੀ ਖੇਡ ਦੇ ਵਿੱਚ ਭਈ ਉਹਨਾਂ ਦੇ ਵਿੱਚ ਇਹ ਬੰਦੇ ਜਿਹੜੇ ਆ ਵੀ ਇਹ ਸਾਰੇ ਸ਼ਾਮਲ ਸੀਗੇ। ਭਈ ਈਵਨ ਹੋਰ ਵੀ ਬੰਦੇ ਹੈਗੇ ਆ ਵੀ ਜਿਹੜੇ ਜਿਨ੍ਹਾਂ ਦਾ ਰੋਲ 1986 ਵਾਲੇ ਕਨਿਸ਼ਕਾ ਕਾਂਡ ਦੇ ਵਿੱਚ ਵੀ ਆਉਂਦਾ ਆ ਭਈ ਉਹ ਵੀ ਤਕਰੀਬਨ ਸਾਰੇ ਦੇ ਸਾਰੇ 1970ਵਿਆਂ ਦੇ ਵਿੱਚ 75 ਤੋਂ ਪਹਿਲਾਂ ਜਿਹੜੇ ਆ ਵੀ ਉਹ ਉੱਥੇ ਕੈਨੇਡਾ ਜਾ ਕੇ ਵਸੇ। ਜਿਹੜਾ ਇਹ ਆ ਦੂਸਰਾ ਹਰਭਜਨ ਜੋਗੀ ਇਹ ਵੀ ਕੈਨੇਡਾ ਗਿਆ ਸੀ। ਉੱਥੇ ਜਦੋਂ ਨਹੀਂ ਕਹਿ ਲਓ ਵੀ ਪ੍ਰੋਜੈਕਟ ਚੱਲ ਸਕਿਆ ਤੇ ਫਿਰ ਅਮਰੀਕਾ ਮੂਵ ਹੋਇਆ। ਸੋ ਉਹ ਸਾਰਾ ਕੁਝ ਜਿਹੜਾ ਡਰਾਮਾ ਆ ਵੀ ਇਹ ਚੀਜ਼ਾਂ ਸਾਨੂੰ ਜੋੜ ਕੇ ਦੇਖਣੇ ਦੀ ਲੋੜ ਆ ਭਈ ਖਾਲਿਸਤਾਨ ਇਸ ਸ਼ਕਲ ਦੇ ਵਿੱਚ ਰੂਪ ਦੇ ਸ਼ਕਲ ਦੇ ਵਿੱਚ
ਭਈ ਇਹ ਸਾਰਾ ਜਿਹੜਾ ਆ ਵੀ ਐਂ ਹੀ ਜਾਪਦਾ ਵੀ ਜਿਵੇਂ ਇਹ ਸਰਕਾਰੀ ਏਜੰਡਾ ਹੀ ਸੀਗਾ, ਇੱਕ ਹਥਿਆਰ ਘੜਿਆ ਗਿਆ ਸਿੱਖਾਂ ਦਾ ਕਟਾਪਾ ਕਰਨੇ। ਮਤਲਬ ਬੇਸਿਕਲੀ ਖਾਲਿਸਤਾਨ ਦੇ ਹਮਾਇਤੀ ਨਹੀਂ ਸੀ, ਇਹ ਖਾਲਿਸਤਾਨ ਦੇ ਅਗੇਂਸਟ ਸੀਗੇ, ਲੇਕਿਨ ਹਮਾਇਤੀ ਬਣ ਕੇ ਉਹ ਜਿੱਦਾਂ ਕਹਿ ਲਓ ਕਿ ਮੂਵਮੈਂਟ ਨੂੰ ਖਰਾਬ ਕਰਨਾ ਚਾਹੁੰਦੇ ਸੀ। ਨਹੀਂ ਮਤਲਬ ਤਰੀਕਾ ਇਹਨੂੰ ਜੇ ਸਮਝਣਾ ਨਾ ਸਹੀ ਤਰੀਕੇ ਨਾਲ ਤੇ ਇਹ ਆ ਵੀ ਉਹਨਾਂ ਨੂੰ ਪਤਾ ਸੀਗਾ ਵੀ ਸਿੱਖਾਂ ਨੂੰ ਜੇ ਹਿਸਾਬ ਨਾਲ ਟਰੀਟ ਕੀਤਾ ਜਾ ਰਿਹਾ ਜੀ, ਇਹਨਾਂ ਨੇ ਆਪਣਾ ਅੱਡ ਮੁਲਕ ਜਿਹੜਾ ਆ ਉਹ ਮੰਗਣਾ ਹੀ ਮੰਗਣਾ ਹੈ ਜੀ ਬਿਲਕੁਲ, ਕਿਉਂਕਿ ਅਜੇ ਉਹਨਾਂ ਨੇ 66 ਦੇ ਵਿੱਚ ਤੱਕ ਪਹਿਲਾਂ ਤੇ ਲਮਕਾਈ ਰੱਖਿਆ ਵੀ ਅੱਡ ਪੰਜਾਬੀ ਸਟੇਟ ਦਾ ਜੀ ਵੀ ਬਿਲਕੁਲ ਕਰਨ ਲਈ ਜੀ। ਤੇ ਜੇ ਅਲੱਗ ਪੰਜਾਬੀ ਸਟੇਟ 55 ਚ ਦੇਤਾ ਹੁੰਦਾ ਤੇ ਸਿੱਖਾਂ ਦਾ ਟਰੀਟਮੈਂਟ ਉਹੀ ਜਾਰੀ ਰੱਖੀ ਹੁੰਦੀ ਤੇ ਅਗਲਾ ਸਟੈਪ ਇਹ ਹੋਣਾ ਸੀਗਾ ਵੀ ਉਹਨਾਂ ਨੇ ਕਹਿਣਾ ਵੀ ਸਟੇਟ ਦਾ ਕੋਈ ਫਾਇਦਾ ਨਹੀਂ, ਸਾਨੂੰ ਆਜ਼ਾਦ ਮੁਲਕ ਚਾਹੀਦਾ। ਬਿਲਕੁਲ। ਸੋ ਉਹਨਾਂ ਨੇ ਕੀ ਕੀਤਾ ਵੀ ਇਹ ਪਹਿਲਾਂ ਤੇ ਪੰਜਾਬੀ ਸਟੇਟ ਜਿਹੜਾ ਆ ਵੀ ਉਹਨੂੰ ਲਮਕਾਈ ਰੱਖਿਆ ਬਿਲਕੁਲ 66 ਤੱਕ ਲੈ ਕੇ ਧੂ ਕੇ। ਉਹ ਤੋਂ ਬਾਅਦ ਦੇਖੇ ਵੀ ਜਦੋਂ ਦੇਤਾ ਉਹ ਦਿੱਤਾ ਵੀ ਇਦਾਂ ਵੀ ਜਿੱਦਾਂ ਉਹ ਕਹਿੰਦੇ ਹੁੰਦੇ ਵੀ ਦੁੱਧ ਦਿੱਤਾ ਉਹ ਵੀ ਮੇਂਗਣਾ ਪਾ ਕੇ, ਸਹੀ ਗੱਲ ਹੈ। ਤੇ ਉਹ ਕੰਮ ਕੀਤਾ ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹਨਾਂ ਨੇ ਦੇਖ ਲਿਆ ਵੀ ਹੁਣ ਜਿਹੜੇ ਅਗਲਾ ਸਟੈਪ ਆ ਵੀ ਹੁਣ ਸਟੇਟ ਮਿਲ ਗਿਆ ਇਹਨਾਂ ਨੂੰ, ਟ੍ਰੀਟਮੈਂਟ ਸਾਡੀ ਉਹੀ ਜਾਰੀ ਰਹਿਣੀ ਆ ਮਤਰੇਈਆਂ ਵਾਲੀ। ਬਿਲਕੁਲ। ਤੇ ਉਹ ਤੋਂ ਬਾਅਦ ਹੁਣ ਇਹਨਾਂ ਨੇ ਅੱਗੇ ਇੰਡੀਪੈਂਡੈਂਟ ਜਿਹੜਾ ਆਪਣਾ ਮੁਲਕ ਆ ਉਹ ਮੰਗਣਾ। ਸੋ ਉਹਦੇ ਲਈ ਉਹਨਾਂ ਨੇ ਪ੍ਰੀਐਮਪਟ ਕਰਕੇ ਉਸ ਚੀਜ਼ ਨੂੰ ਵੀ ਆਪਣੇ ਬੰਦੇ ਖੜੇ ਕਰਕੇ ਉਹਨਾਂ ਤੋਂ ਮੰਗ ਉਹ ਮੰਗਵਾਤੀ, ਯਾਨੀ ਕਿ ਵੀ ਜਦੋਂ ਇਹ ਮੰਗ ਹੋਵੇ ਉਹ ਪਹਿਲਾਂ ਹੀ ਉਹਨਾਂ ਦੇ ਬੰਦੇ ਉੱਥੇ ਬੈਠੇ ਆ ਉਹ ਮੰਗ ਨੂੰ ਕੰਟਰੋਲ ਕਰਨੇ ਲਈ, ਕਿੱਥੇ ਤੱਕ ਲੈ ਕੇ ਜਾਣਾ ਇਹਨੂੰ, ਕਿੱਥੇ ਜਾ ਕੇ ਕਹਿ ਲਓ ਵੀ ਇਹ ਵੀ ਜਾ ਕੇ ਤੇ ਸਾਰਾ ਜਿਹੜੀ ਮੁਹਿੰਮ ਆ ਜਾਂ ਮੰਗਿਆ ਵੀ ਉਹਨੂੰ ਡੋਬਣਾ। ਸੋ ਉਹ ਚੀਜ਼ਾਂ ਜਿਹੜੀਆਂ ਵੀ ਉਹ ਤੁਹਾਨੂੰ ਸਮਝਣੀਆਂ ਪੈਣੀਆਂ। ਬਿਲਕੁਲ ਜੀ ਬਿਲਕੁਲ। ਤਾਂ ਹੀ ਜਿਹੜੀ ਆ ਜਿਹੜਾ ਹੁਣ ਪੰਨੂ ਆ ਇਹ ਮਤਲਬ ਇਸੇ ਹੀ ਕੜੀ ਦਾ ਹਿੱਸਾ ਆ। ਬਿਲਕੁਲ। ਜਿਹੜੇ ਹਿਸਾਬ ਨਾਲ ਉਹ ਤਮਾਸ਼ਾ ਕਰਦਾ ਆ। ਹੁਣ ਇੱਕ ਛੋਟਾ ਜਿਹਾ ਐਗਜ਼ਾਮਪਲ ਆ, ਕੋਈ ਵੀ ਬੀਇੰਗ ਅ ਗੁਰੂ ਦਾ ਸਿੱਖ ਕਿਸੇ ਵੀ ਦੇਸ਼ ਦਾ ਝੰਡਾ ਇਦਾਂ ਸਾੜੂਗਾ ਨਹੀਂ, ਉਹਦੀ ਬੇਦਬੀ ਨਹੀਂ ਕਰੂਗਾ, ਚਾਹੇ ਉਹ ਦੁਸ਼ਮਣ ਦੇ ਦੇਸ਼ ਦੇ ਝੰਡਾ ਲਾ ਕੇ ਹੋਵੇ। ਤੇ ਜਿੱਦਾਂ ਇਹ ਡਰਾਮੇ ਕਰਦਾ ਆ, ਉਹਦਾ ਤਿਰੰਗਾ ਆ ਲਾ ਕੇ ਉਹਨੂੰ ਫਾਇਰ ਨਾਲ ਸਾੜਦਾ ਆ ਅੱਗ ਨਾਲ, ਤੇ ਓਬਵੀਅਸਲੀ ਇਹਦੇ ਨਾਲ ਹਿੰਦੂਆਂ ਸਿੱਖਾਂ ਦੇ ਵਿੱਚ ਕਲੈਸ਼ ਹੋਣਾ ਹੀ ਹੋਣਾ। ਕਲੈਸ਼ ਉਹ ਮਤਲਬ ਉਹ ਹਿੰਦੂਆਂ ਨੂੰ ਇਹ ਰੀਜ਼ਨ ਦਿੰਦਾ ਆ ਵੀ ਆਹ ਲਓ ਮੈਂ ਰੀਜ਼ਨ ਦੇਤਾ, ਹੁਣ ਤੁਸੀਂ ਇਹਦੇ ਨਾਲ ਸਿੱਖਾਂ ਦਾ ਕਟਾਪਾ ਕਰੋ। ਔਰ ਦੂਜੀ ਗੱਲ ਇਹ ਵੀ ਆ ਵੀ ਜਿੱਦਾਂ ਆਪਾਂ ਕਿਹਾ ਨਾ ਵੀ ਇਹ ਜਿਹੜਾ ਜਗਜੀਤ ਚੌਹਾਨ ਸੀਗਾ ਜਾਂ ਹੋਰ ਵੀ ਇਹ ਇਸ ਕਰਕੇ ਬਿਠਾ ਦਿੱਤੇ ਗਏ ਵੀ ਜਦੋਂ ਆਜ਼ਾਦ ਮੁਲਕ ਦੀ ਮੰਗ ਉੱਠੇ ਬਿਲਕੁਲ ਤੇ ਉਹਨੂੰ ਇਹ ਕੰਟਰੋਲ ਕਰਨਗੇ। ਹੁਣ ਜੇ ਤੁਸੀਂ ਆਪ ਪ੍ਰੋਗਰਾਮ ਨੂੰ ਅਜੇ ਤੱਕ ਜਿਹੜਾ ਸੁਣਿਆ ਆ ਇਹਦੇ ਵਿੱਚ ਅਸੀਂ ਜ਼ੋਰ ਦੇ ਰਹੇ ਹਾਂ ਪਈ ਰੈਫਰੈਂਡਮ ਦੇ ਉੱਤੇ ਜੀ। ਹੁਣ ਉਹੀ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਪਤਾ ਆ ਵੀ ਰੈਫਰੈਂਡਮ ਸਿੱਖਾਂ ਕੋਲੇ ਹਥਿਆਰ ਆ ਔਰ ਉਹ ਲੀਗਲ ਮੰਗਿਆ, ਉਹਦੇ ਬਾਰੇ ਜਿਹੜੀ ਸਰਕਾਰ ਆ ਉਹ ਕੁਝ ਨਹੀਂ ਕਰ ਸਕਦੀ। ਉਹਨਾਂ ਨੇ ਰੈਫਰੈਂਡਮ ਕੰਟਰੋਲ ਕਰਨ ਲਈ ਆ ਜਿਹੜਾ ਪੰਨੂ ਆ ਗੁਰਪਤਵੰਤ ਪੰਨੂ ਸਿੱਖਸ ਫॉर ਜਸਟਿਸ ਵਾਲਾ ਇਹ ਬਿਠਾਤਾ ਵੀ ਜਾਨੀ ਕਿ ਵੀ ਇਹਨੂੰ ਕੰਟਰੋਲ ਕਰੋ। ਜਦੋਂ ਕੋਈ ਰੈਫਰੈਂਡਮ ਦੀ ਮੰਗ ਕਰੂਗਾ ਇਹਨਾਂ ਨੇ ਚੱਕ ਕੇ ਦੇਖੇ ਵੀ ਗਾਹ ਹੋ ਜਾਣਾ, ਜਿਹੜਾ ਉਹ ਇੰਡੀਆ ਦਾ ਮੀਡੀਆ ਉਹਨਾਂ ਨੇ ਇਹਨੂੰ ਧੂਲ ਦੇ ਦੇਣੀ ਆ ਤੇ ਇਹਨੇ ਹੀ ਕੰਟਰੋਲ ਕਰਨਾ ਸਭ ਕੁਝ। ਔਰ ਉਹ ਕਹਿ ਲਓ ਵੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਾਲਾ ਹੀ ਕੰਮ ਆ ਵੀ ਜੇ ਮਸ਼ੀਨਾਂ ਤੁਹਾਡੇ ਹੱਥ ਆ ਜਾਂ ਜੇ ਕਮਿਊਨਿਟੀ ਦੇ ਅੰਦਰ ਵੀ ਘੁਸਪੈਠ ਹੋਈ ਪਈ ਆ ਤੇ ਜਦੋਂ ਰੈਫਰੈਂਡਮ ਦੀ ਗੱਲ ਕਰੂੰਗੇ ਤੇ ਇਹਨਾਂ ਤੋਂ ਇੰਡੀਪੈਂਡੈਂਟ ਰੈਫਰੈਂਡਮ ਕਰਕੇ ਦਿਖਾਓ। ਬਿਲਕੁਲ ਜੀ। ਇਹ ਗੱਲ ਹੋਈ ਹੈ ਨਾ ਭਾਈ, ਜਦੋਂ ਤੁਸੀਂ ਦੁਸ਼ਮਣ ਤੋਂ ਜਿੱਤਣਾ ਆ ਨਾ ਤੇ ਤੁਹਾਨੂੰ ਉਹਦੀਆਂ ਚਾਲਾਂ ਨੂੰ ਸਮਝਣਾ ਪੈਣਾ ਕਿ ਉਹ ਚਾਲਾਂ ਕਿੱਦਾਂ ਚੱਲਦਾ ਹੈਗਾ ਤੇ ਤਦੀ ਤੁਸੀਂ ਉਸ ਨੂੰ ਕਾਊਂਟਰ ਕਰ ਸਕਦੇ ਹੋ, ਅਦਰਵਾਈਜ਼ ਨਹੀਂ। ਬਿਲਕੁਲ ਬਿਲਕੁਲ। ਸੋ ਫਿਰ ਉਹ ਅੱਗੇ ਲਿਖਦੇ ਆ ਜੀ ਵੀ ਆਫਟਰ ਫਲੀਇੰਗ ਪਾਕਿਸਤਾਨ ਚੌਹਾਨ ਸਰਫੇਸਡ ਇਨ ਇੰਗਲੈਂਡ ਔਨ October 13, 1971 ਰੀਡਰਸ ਆਫ ਦ ਨਿਊਯਾਰਕ ਟਾਈਮਸ were confronted with the bizarre half-page advertisement declaring the establishment of the Republic of Khalistan and requesting recognition by the United Nations. The ad was placed by Chauhan, who would later become the self-appointed president in exile of Khalistan. The ad created a stir within India and angered authorities in New Delhi. In the outside world, where there was little knowledge of the affairs of Punjab and its growing conflict, it quickly became as outdated as yesterday's newspaper. ਯਾਨੀ ਕਿ ਵੀ ਮਤਲਬ ਹੁਣ ਤੁਸੀਂ ਇਹ ਦੇਖੋ ਵੀ ਚੌਹਾਨ ਦੇ ਕੋਲੇ ਪੈਸਾ ਕਿੱਥੋਂ ਆਇਆ। ਬਿਲਕੁਲ ਜੀ। ਵੀ ਜਿਹਦੇ ਵਿੱਚ ਉਹ ਨਿਊਯਾਰਕ ਟਾਈਮਸ ਦੇ ਵਿੱਚ ਅੱਧੇ ਪੇਜ ਦੀ ਐਡ ਜਿਹੜੀ ਆ ਵੀ ਉਹ ਕਢਾ ਰਿਹਾ। ਬਿਲਕੁਲ। ਔਰ ਉਹਦਾ ਫਾਇਦਾ ਕੋਈ ਨਹੀਂ, ਉਹ ਕਹਿੰਦਾ ਵੀ ਉਹ ਇੱਦਾਂ ਹੀ ਭੇਜ ਭੁੱਲ ਗਏ ਵੀ ਜਿੱਦਾਂ ਯੈਸਟਰਡੇ ਦਾ ਨਿਊਜ਼ਪੇਪਰ ਹੁੰਦਾ ਵੀ ਕੱਲ੍ਹ ਦਾ ਅਖਬਾਰ ਜਿਹੜਾ ਆ ਜੋ ਉਹਦੀ ਹਾਲਤ ਹੁੰਦੀ ਆ ਉਹੀ ਹੋਈ। ਤੇ ਹੁਣ ਤੁਸੀਂ ਮਤਲਬ ਵੀ ਇੱਥੋਂ ਅੰਦਾਜ਼ਾ ਲਾਓ ਵੀ। ਔਰ ਫਿਰ ਇਹ ਵੀ ਨੋਟ ਕਰਨੇ ਵਾਲੀ ਗੱਲ ਆ ਵੀ ਜਦੋਂ ਚੌਹਾਨ ਨੇ ਇੰਡੀਆ ਛੱਡਿਆ ਆ ਜੀ, ਉਹਦੀ ਘਰ ਵਾਲੀ ਤੇ ਹੋਰ ਪਰਿਵਾਰ ਜਿਹੜਾ ਆ ਉਹ ਉੱਥੇ ਪੰਜਾਬ 'ਚ ਹੀ ਰਹਿੰਦੇ ਸੀ, ਪੰਜਾਬ ਪਿੰਡ 'ਚ ਰਹਿੰਦੇ ਆ। ਸੋ ਉਹ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਤੁਹਾਨੂੰ ਜੋੜ ਕੇ ਵੇਖਣੀਆਂ ਪੈਣੀਆਂ। ਬਿਲਕੁਲ ਵੀ ਇਹ ਸੰਭਾਵਨਾਵਾਂ ਜਿਹੜੀਆਂ ਆ ਵੀ ਇਹ ਕਿੱਦਾਂ ਆ। Chauhan made his first visit to Canada in 1972. One of the groups he met was the Shromani Sikh Society. At the Pali Sanskrit University, Canada, 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 Canada,
ਪੇਪ ਟੈਂਪਲ PAPE ਆ ਜੀ, ਹੁਣ ਪਤਾ ਨਹੀਂ ਵੀ ਇਹਨੂੰ ਕਿਵੇਂ ਪ੍ਰੋਨਾਊਂਸ ਕਰਦੇ ਆ, in Toronto's East End. Although he had friends among the leaders of the temple, the membership was skeptical of his vision. They questioned not only the concept of Khalistan but his motive for promoting independence. ਸੋ ਹੁਣ ਤੁਸੀਂ ਇਹ ਦੇਖੋ ਵੀ ਇਹ ਉੱਥੇ ਜਾ ਕੇ ਕਰ ਰਿਹਾ, ਔਰ ਜਦੋਂ ਆਪਾਂ ਵੇਖਦੇ ਹਾਂ ਵੀ ਅੱਜ ਵੀ ਜਿਹੜੇ ਗੁਰਦੁਆਰਿਆਂ ਦੀਆਂ ਲੀਡਰਸ਼ਿਪ ਹੈਗੀ, ਭਾਵੇਂ ਨਿਊਜ਼ੀਲੈਂਡ ਦੀ ਗੱਲ ਕਰ ਲਓ, ਆਸਟ੍ਰੇਲੀਆ ਦੀ ਕਰ ਲਓ, ਅਮਰੀਕਾ ਕੈਨੇਡਾ ਦੀ, ਇੰਗਲੈਂਡ ਦੀ, ਕਿਸੇ ਵੀ ਮੁਲਕ ਦੀ ਕਰ ਲਓ, ਪੰਜਾਬ ਦੀ ਕਰ ਲਓ, SGPC ਲੈ ਕੇ ਸਾਰੇ ਥਾਵਾਂ ਦੇ ਉੱਤੇ ਪਈ ਸਰਕਾਰੀ ਜਿਹੜੇ ਬੰਦੇ ਆ ਵੀ ਉਹ ਆਪਣੀ ਜਗ੍ਹਾ ਬਣਾਈ ਬੈਠੇ, ਘੁਸਪੈਠ ਪੂਰੀ ਹੋਈ। ਹਾਂ, ਤੇ ਉਹ ਹੁਣ ਇੱਥੇ ਉਹ ਗੱਲ ਕਹਿ ਰਿਹਾ ਵੀ although he had friends among the leaders of the ਗੁਰਦੁਆਰਾ, the membership of the Gurdwara was skeptical of his vision. They questioned not only the concept of Khalistan but his motive for promoting independence. ਭਈ ਉਹਦੇ ਕੋਲੇ ਕੀ ਕਾਰਨ ਆ ਵੀ ਜਿਹੜਾ ਉਹ ਡਰਾਮਾ ਕਰ ਰਿਹਾ ਜੀ। ਚੌਹਾਨ replied with the parable, ਜਿਹੜੀ ਆ ਕਹਾਣੀ ਉਹ ਸੁਣਾਈ ਉਹਨੇ ਵੀ at his family home in Punjab he told them there were two dogs. One was large and lethargic, the other a yapping puppy. When someone came to his door, the puppy's noises would arouse the larger dog, whose bark would alert Chauhan to the presence of a visitor. I am the puppy, Dr. Chauhan explained to the Gurdwara gathering. My duty is to awaken you. Khalistan you will make for yourself. The time will come when people will shout in the streets, Khalistan, Khalistan. So, matlab ਭਈ ਉਹ ਕਹਾਣੀਆਂ ਇਹੋ ਜਿਹੀਆਂ ਸੁਣਾ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ, ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਰਿਹਾ, ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਰਿਹਾ, ਤੇ ਕਹਿ ਕੇ ਵੀ ਮੈਂ ਤੇ ਐਵੇਂ ਗੁਰੂ ਘਰ ਦਾ ਕੂਕਰ ਹਾਂ ਵੀ ਮੈਂ ਤੇ ਤੁਹਾਨੂੰ ਸਿਰਫ ਜਗਾਉਣਾ ਆ, ਵੀ ਕਰਨਾ ਤੇ ਤੁਸੀਂ ਆਏ। ਬਿਲਕੁਲ। ਤੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਡਿਕਲੇਅਰ ਕਰਕੇ ਬਹਿ ਗਿਆ ਹੈ ਵੀ ਜੇ ਵੀ ਤੂੰ ਸਿਰਫ ਤੇਰਾ ਕੰਮ ਇੰਨਾ ਕੀ ਸੀਗਾ ਵੀ ਤੂੰ ਜਗਾਣਾ ਹੀ ਕੌਮ ਨੂੰ, ਤੇ ਕੌਮ ਨੇ ਕਹਿਤਾ ਵੀ ਨਹੀਂ ਅਜੇ ਸਾਨੂੰ ਨਹੀਂ ਲੋੜ ਹੈਗੀ, ਤੇ ਤੂੰ ਫਿਰ ਆਪਣੇ ਆਪ ਨੂੰ ਆਪੇ ਪ੍ਰੈਜ਼ੀਡੈਂਟ ਡਿਕਲੇਅਰ ਕਰਕੇ ਬਹਿ ਗਿਆ ਨਾ। ਫਿਰ ਤੂੰ ਉਹ ਪਾਸਪੋਰਟ ਵੀ ਜਾਰੀ ਕਰਤੇ, ਕਰੰਸੀ ਵੀ ਜਾਰੀ ਕਰ ਦਿੱਤੀ, ਤੇ ਉਹ ਤੋਂ ਬਾਅਦ ਫਿਰ ਆ ਕੇ ਆਖਰੀ ਜਿਹੜਾ ਸਾਹ ਸੀਗੇ ਉਹ ਫਿਰ ਪੰਜਾਬ 'ਚ ਆ ਕੇ ਲਏ, ਤੇ ਫਿਰ ਜਦੋਂ ਮਰਿਆ ਆ ਤੇ ਬਕਾਇਦਾ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਹੋਇਆ। ਉਹਦੇ ਪਿੱਛੇ ਹੁਣ ਕੀ ਕਹਾਣੀ ਹੈ ਉਹ ਸਾਰਾ ਜਿਹੜਾ ਆ ਵੀ ਉਹ ਜੋੜ ਲਓ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਕਹਾਣੀ ਕਿੱਦਾਂ ਕਿੱਥੋਂ ਸ਼ੁਰੂ ਹੋਈ ਆ। Chauhan continued preaching his message to Sikhs outside India until he returned to Punjab in July 1977. Okay. 2 years later, he challenged New Delhi's monopoly on broadcasting by installing a small but illegal radio transmitter inside the Golden Temple. In 1980, he unfurled a flag of Khalistan, clearly a seditious act under India's antiquated penal code. ਹੁਣ ਤੁਸੀਂ ਇਹ ਵੀ ਵੇਖੋ ਭਈ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਭਈ ਜਿੱਦਾਂ ਭਈ ਜੇ ਦਰਬਾਰ ਸਾਹਿਬ ਤੋਂ ਪ੍ਰਸਾਰਣ ਦਾ ਜਿਹੜਾ ਟਰਾਂਸਮਿਟਰ ਆ ਭਈ ਜੇ SGPC ਨੇ ਕਰ ਲਿਆ ਹੁੰਦਾ ਤੇ ਸਰਕਾਰ ਲਈ ਉਹਨੂੰ ਇਲੀਗਲ ਡਿਕਲੇਅਰ ਕਰਨਾ ਜਾਂ ਉਹਨੂੰ ਕਹਿਣਾ ਵੀ ਇਹਨੂੰ ਬੰਦ ਕਰੋ, ਉਹ ਪੋਸੀਬਲ ਨਹੀਂ ਜੀ। ਬਿਲਕੁਲ। ਸੋ ਉਹਨਾਂ ਨੇ ਇਹਦੇ ਕੋਲੋਂ ਕਰਵਾਤਾ ਤੇ ਉਹ ਤੋਂ ਬਾਅਦ ਉਹ ਡਿਕਲੇਅਰ ਕਰਕੇ ਵੀ ਇਹ ਇਲੀਗਲ ਆ, ਗੈਰ ਕਾਨੂੰਨੀ ਆ, ਤੇ ਉੱਥੇ ਉਹ ਜਿਹੜਾ ਆ ਵੀ ਉਹਨੂੰ ਫਿਰ ਹਿੱਸਾ ਬਣਾ ਦਿੱਤਾ ਵੀ ਜਦੋਂ ਅਕਾਲੀਆਂ ਨੇ ਧਰਮ ਯੁੱਧ ਮੋਰਚਾ 82 ਦੇ ਵਿੱਚ ਸ਼ੁਰੂ ਕੀਤਾ, ਉਹਦੀ ਇੱਕ ਡਿਮਾਂਡ ਇਹ ਸੀਗੀ ਵੀ ਇਹ ਜੀ ਦਰਬਾਰ ਸਾਹਿਬ ਦੇ ਵਿੱਚ ਵੀ ਸਾਨੂੰ ਟਰਾਂਸਮਿਟਰ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਬੜੇ ਤਰੀਕੇ ਨਾਲ ਗੇਮਾਂ ਖੇਡਦੇ। ਸੋ ਉਹ ਸਾਰੀਆਂ ਗੇਮਾਂ ਜਿਹੜੀਆਂ ਨੇ ਉਹ ਇਸ ਹਿਸਾਬ ਦੇ ਨਾਲ ਅਗਲੇ ਕਰਦੇ ਆ। It was at this time that Indira Gandhi, freshly re-elected as Prime Minister, passed through the Golden Temple. During her campaign to return her Congress party to power in Punjab, she sought Chauhan's support. ਜਿਹੜਾ ਬੰਦਾ ਵੀ ਖਾਲਿਸਤਾਨ ਲਈ ਐਡਾ ਨਿਊਯਾਰਕ ਟਾਈਮਸ ਦੇ ਵਿੱਚ ਲਵਾ ਕੇ ਆਇਆ ਜੀ, ਉਹਦੀ ਸਪੋਰਟ ਜਿਹੜੀ ਆ ਉਹ ਇੰਦਰਾ ਗਾਂਧੀ ਮੰਗ ਰਹੀ ਆ 1980 ਦੇ ਵਿੱਚ। But in return, he demanded her support for greater autonomy in Punjab. Chauhan recalled that Gandhi did not reply. She merely smiled. That smile prompted him once more to flee India. ਮਤਲਬ ਪਰ ਇਹ ਦੇਖੋ ਵੀ ਔਨ ਦਾ ਰਿਕਾਰਡ ਆ ਵੀ ਇੰਦਰਾ ਗਾਂਧੀ ਇਹਨੂੰ ਮਿਲ ਕੇ ਆਈ ਆ
ਉਹਨੇ ਸਪੋਰਟ ਵੀ ਮੰਗੀ ਇਹਦੀ ਸਪੋਰਟ ਵੀ ਮੰਗੀ ਆ, ਪਰ ਮਤਲਬ ਇਹ ਛੋਟੀਆਂ ਮੋਟੀਆਂ ਚੀਜ਼ਾਂ ਨਹੀਂ ਸੀਗੀਆਂ ਇਹ ਜੀ, ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਦੂਸਰਾ ਇਹ ਯੋਗੀ ਭਜਨ, ਇਹ ਵੀ ਇੰਦਰਾ ਗਾਂਧੀ ਨੂੰ ਆਮ ਮਿਲਦਾ ਸੀ ਜਾ ਕੇ ਜਦ ਦਿੱਲੀ ਸਰਕਾਰ ਦੇ ਵਿੱਚ ਪੂਰੀ ਐਨ ਉਹਦੀ ਪੁੱਛਗਿੱਛ ਜੀ ਜੀ ਵੀ ਜਿੱਦਾਂ ਮਰਜੀ ਜਦੋਂ ਮਰਜੀ ਆ ਜਾ ਸਕਦਾ ਸੀ। ਜੇ ਜਿਹੜੇ ਗੋਰੇ ਸੀ ਇਹਦੇ ਨਾਲ ਸਿੱਖ ਬਣ ਗਏ, ਉਹ ਜਿੱਦਾਂ ਮਰਜੀ ਜਦੋਂ ਮਰਜੀ ਅਜੇ ਵੀ ਆਉਂਦੇ ਜਾਂਦੇ ਆ। ਨਹੀਂ ਤਾਂ ਇੰਡੀਆ ਦੇ ਵਿੱਚ ਵੀਜ਼ਾ ਜਿਹੜਾ ਆ ਗੋਰਿਆਂ ਲਈ ਵੀ ਉਹ ਲੌਂਗ ਟਰਮ ਦਾ ਵੀਜ਼ਾ ਜਿਹੜਾ ਖਾਸ ਤੌਰ ਤੇ ਉਹ ਈਜ਼ੀ ਨਹੀਂ ਹੈਗਾ। ਬਿਲਕੁਲ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਸ ਪਾਸੇ ਨੂੰ ਪੁਆਇੰਟ ਆਊਟ ਕਰਦੀਆਂ ਵੀ ਉਹਨਾਂ ਦੇ ਆਪਣੇ ਕਰੰਦੇ ਨੇ ਇਹ ਜੀ। ਸੋ ਉਹ ਕਹਿੰਦਾ ਵੀ ਇਹ ਜੀ ਦੁਬਾਰਾ ਫੇਰ ਇੰਡੀਆ ਤੋਂ ਪਾਸੇ ਹੋ ਗਿਆ। ਇਟ ਵਾਜ਼ ਹਿਜ਼ ਫਾਈਨਲ ਐਗਜ਼ਿਟ ਫਰੋਮ ਦਾ ਕੰਟਰੀ ਆਫ ਹਿਜ਼ ਬਰਥ। His wife was again left behind. His property was confiscated. His life in permanent exile began. ਸੋ ਮਤਲਬ ਭਈ ਹੁਣ ਤੁਸੀਂ ਦੇਖੋ ਵੀ ਖੇਡਾਂ ਕਿੱਦਾਂ ਖੇਡੀਆਂ ਜਾਂਦੀਆਂ। ਬਿਲਕੁਲ। ਤੇ ਪਹਿਲੀ ਗੱਲ ਵੀ ਇੰਨਾ ਕੁਝ ਕਰਕੇ ਭਈ 1977 ਦੇ ਵਿੱਚ ਵਾਪਸ ਆਇਆ, ਜਦੋਂ ਵੀ ਕਾਂਗਰਸੀ ਸਰਕਾਰ ਜਿਹੜੀ ਆ ਵੀ ਉਹ ਖਤਮ ਹੋ ਗਈ ਸੀ ਜੀ, ਤੇ ਦੂਜੀ ਜਿਹੜੀ ਆ ਵੀ ਗੈਰ ਕਾਂਗਰਸੀ ਸਰਕਾਰ ਜਿਹੜੀ ਵੀ ਉਹ ਆ ਗਈ ਤੇ ਉਹ ਜੀ ਵਾਪਸ ਆ ਗਿਆ। ਜਦੋਂ ਅਖੇ ਵੀ ਇੰਦਰਾ ਗਾਂਧੀ ਨੇ ਆ ਕੇ ਸਪੋਰਟ ਮੰਗੀ ਆ ਵੀ ਹੁਣ ਜਿਹੜਾ ਬੰਦਾ ਜੇ ਉਹ ਕਾਂਗਰਸ ਦੇ ਨਾਲ ਨਹੀਂ ਅਲਾਈਨਡ ਹੈਗਾ ਉਹਦੇ ਕੋਲੋਂ ਕਾਂਗਰਸ ਵਾਲੇ ਆ ਕੇ ਕਿਉਂ ਸਪੋਰਟ ਮੰਗੂਗੇ। ਬਿਲਕੁਲ। ਸੋ ਉੱਥੋਂ ਵੀ ਪਤਾ ਲੱਗਦਾ ਵੀ ਜੇ ਵਾਪਸ ਆਇਆ ਆ ਤੇ ਉਹ ਜਿਹੜਾ ਪ੍ਰੋਜੈਕਟ ਸੀਗਾ ਵੀ ਇਹ ਵੀ ਜਿਹੜੀ 77 ਦੀ ਸਰਕਾਰ ਆ ਵੀ ਉਹਨੂੰ ਫੇਲ ਕਰਨਾ, ਬਿਲਕੁਲ ਮੋਸਟ ਲਾਈਕਲੀ ਉਹਦੇ ਵਿੱਚ ਕੋਈ ਰੋਲ ਆਪਣਾ ਜਿਹੜਾ ਆ ਵੀ ਉਹ ਪਲੇ ਕਰਨ ਲਈ ਆਇਆ ਜੀ। ਤੇ ਉਹ ਤੋਂ ਬਾਅਦ ਫਿਰ ਵਾਪਸ ਅਖੇ ਕਿਉਂ ਚਲ ਗਿਆ ਵੀ ਕਿਉਂਕਿ ਵੀ ਇਹਨੇ ਜਦੋਂ ਮੰਗੀ ਵੀ ਗ੍ਰੇਟਰ ਆਟੋਨੋਮੀ ਹੋਰ ਪੰਜਾਬ, ਤੇ ਇੰਦਰਾ ਗਾਂਧੀ ਨੇ ਸਮਾਈਲ ਦਿੱਤੀ ਤੇ ਸਮਾਈਲ ਤੋਂ ਡਰ ਕੇ ਤੇ ਵਾਪਸ ਅਖੇ ਚਲ ਗਿਆ। ਦੈਟ ਸਮਾਈਲ ਪ੍ਰੋਂਪਟਡ ਹਿਮ ਵਾਂਸ ਮੋਰ ਟੂ ਫਲੀ ਇੰਡੀਆ। So London became Chauhan's base as he travelled through Asia, Europe, United States and Canada, rallying Sikhs in support of a homeland. जी. In London's Southall district, the city's Little India, he opened Khalistan House, a comfortable home filled with overstuffed chairs. Within a few months, he released Khalistani postage stamps, passports and currency. The money was printed to resemble dollars rather than rupees, which was not surprising since the material was printed by his supporters in Toronto. So ਹੁਣ ਮਤਲਬ ਵੀ ਇਹ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਵੀ ਉਹ ਕੀਤੀਆਂ ਜਾ ਰਹੀਆਂ ਸੀ ਜੀ, ਪਰ ਜਿਨ੍ਹਾਂ ਦੀ ਸ਼ੁਰੂਆਤ ਜਿਹੜੀ ਆ 1970 ਦੇ ਵਿੱਚ ਕਰਤੀ ਹੈ। 1970 ਜਦੋਂ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ, ਜਿਹਦੇ ਬਾਰੇ ਕੋਈ ਗੱਲ ਵੀ ਨਹੀਂ ਕੀਤੀ, ਉਹ ਗੱਲ ਵੀ ਨਹੀਂ ਕੀਤੀ ਜਾ ਰਹੀ, ਕੁਝ ਨਹੀਂ ਸੀ ਹੋ ਰਿਹਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉੱਥੋਂ ਅੰਦਾਜ਼ਾ ਤੁਹਾਨੂੰ ਲੱਗ ਜਾਂਦਾ ਵੀ ਇਹ ਜਿਹੜੀ ਬਾਅਦ ਵਿੱਚੋਂ 84 ਨੂੰ ਜੀ ਦੇ ਵਿੱਚ ਬਹਾਨਾ ਬਣਾਉਣਾ ਜੀ ਵੀ ਭਿੰਡਰਾਂ ਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ, ਉਹ ਕਿੱਥੇ ਤੱਕ ਸਹੀ ਆ। ਬਿਲਕੁਲ। ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਜੋੜਦੇ ਆ ਤੇ ਤੁਹਾਨੂੰ ਹੌਲੀ ਹੌਲੀ ਪਤਾ ਲੱਗਣ ਲੱਗਦਾ ਵੀ ਭਾਈ ਇਹ ਖੇਡ ਉਹ ਨਹੀਂ ਵੀ ਜੋ ਸਾਨੂੰ ਦੱਸੀ ਗਈ ਆ, ਬਿਲਕੁਲ ਇਹਦੇ ਪਿੱਛੇ ਇੰਨਾ ਕੁਝ ਹੈਗਾ ਆ ਵੀ ਜਿਹੜਾ ਵੀ ਅਸੀਂ ਭੁੱਲੇ ਬੈਠੇ ਆ। So the publicity gimmick worked, attracting widespread coverage by the Indian media. Although he had fled India, Chauhan would never really escape the attention of the Indian government. ਹੁਣ ਇਹ ਵੀ ਦੇਖੋ ਭਈ ਇੱਕ ਵਾਰੀ ਤੇ ਉਹ ਪਾਕਿਸਤਾਨ ਚਲ ਗਿਆ ਜੀ, ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਪਾਕਿਸਤਾਨ ਦਾ ਸਪੋਰਟਡ ਆ ਜੀ, ਫਿਰ ਉਹ ਵਾਪਸ ਇੰਡੀਆ ਕਿੱਦਾਂ ਆ ਗਿਆ। ਬਿਲਕੁਲ। ਜਦੋਂ ਵਾਪਸ ਆ ਗਿਆ ਉਹ ਤੋਂ ਬਾਅਦ ਫਿਰ ਦੁਬਾਰਾ ਉਹ ਇੰਡੀਆ ਛੱਡ ਵੀ ਗਿਆ। ਬਿਲਕੁਲ। ਸੋ ਮਤਲਬ ਭਈ ਉਹ ਸਾਰਾ ਕੁਝ ਤੇ ਨਾਲ ਕਹਿ ਰਹੇ ਵੀ ਉਹ ਜਿਹੜੀ ਇੰਡੀਅਨ ਗਵਰਨਮੈਂਟ ਦੀ ਅਟੈਂਸ਼ਨ ਆ ਉਹ ਕਦੀ escape ਨਹੀਂ ਕਰ ਸਕਿਆ। ਨਹੀਂ ਭਾਜੀ, ਉੱਦਾਂ ਜੇ ਪਾਕਿਸਤਾਨ ਦਾ ਵੀਜ਼ਾ ਕਿਸੇ ਦਾ ਲੱਗ ਜਾਵੇ, ਮਤਲਬ ਮੰਨ ਲਓ ਸਾਡਾ ਕਿਸੇ ਦਾ ਇੱਥੋਂ ਪਾਕਿਸਤਾਨ ਦਾ ਵੀਜ਼ਾ ਲੱਗਦਾ ਆ, ਜੇ ਕਿਤੇ ਦੁਬਾਰਾ ਇੰਡੀਆ ਜਾਣਾ ਪਵੇ ਤਾਂ 100 ਤਰ੍ਹਾਂ ਦੇ ਸਵਾਲ ਕਰਦੇ ਅਗਲੇ ਕਿ ਤੂੰ ਪਾਕਿਸਤਾਨ ਕਰਨ ਕੀ ਗਿਆ ਸੀਗਾ, 36 ਤਰ੍ਹਾਂ ਦੀ ਇਨਕੁਆਇਰੀਆਂ ਪੈਂਦੀਆਂ ਆ। ਇਹ ਬੰਦਾ ਫ੍ਰੀਲੀ ਘੁੰਮ ਰਿਹਾ ਹੈ। ਆਹੋ ਜੀ। ਔਰ ਨਾਲ ਫਿਰ ਇਹ ਵੀ ਦੇਖੋ ਭਈ ਜਿਹੜਾ ਹੈਗਾ ਨਾ ਬੰਗਲਾਦੇਸ਼ ਵਾਲਾ ਜੀ, ਜਿਹੜੀ ਮੁਕਤੀ ਬਾਹਿਨੀ ਤੇ ਹੋਰ ਸਭ ਕੁਝ ਆ, ਹਾਂਜੀ ਹਾਂਜੀ, ਜਦੋਂ ਇਹ ਪਾਕਿਸਤਾਨ ਗਿਆ ਆ ਉਸ ਵੇਲੇ ਮੁਕਤੀ ਬਾਹਿਨੀ ਵਾਲਾ ਜਿਹੜਾ ਸਾਰਾ ਹੈਗਾ ਆ ਵੀ ਇੰਟਰਨਲ ਡਿਸਟਰਬੈਂਸ ਈਸਟ ਪਾਕਿਸਤਾਨ ਦੇ ਵਿੱਚ ਜੀ ਭਈ ਉਹ ਚੱਲ ਰਹੀ ਪਈ ਸੀ। ਤੇ ਇੰਡੀਆ ਉੱਥੇ ਮਤਲਬ ਵੀ ਪੂਰਾ ਐਨ ਸਪੋਰਟ ਕਰਵਾ ਕੇ ਤੇ ਜਿਹੜੀ ਰਿਬੈਲੀਅਨ ਆ ਜੀ ਭਈ ਉਹਨੇ ਉੱਥੇ ਇੰਡੀਆ ਨੇ ਸਪਾਂਸਰ ਕੀਤੀ ਸੀ, ਸਟੈਬਲਿਸ਼ ਕੀਤੀ। ਉਹਦੇ ਬਾਵਜੂਦ ਮਤਲਬ ਵੀ ਇਹ ਬੰਦਾ ਜਿਹੜਾ ਆ ਵੀ ਪਾਕਿਸਤਾਨ ਵੀ ਘੁੰਮ ਫਿਰ ਰਿਹਾ, ਵਾਪਸ ਇੰਡੀਆ ਵੀ ਆ ਰਿਹਾ, ਉਹ ਤੋਂ ਬਾਅਦ ਫਿਰ ਯੂਰਪ ਹੋਰ ਹਰੇਕ ਪਾਸੇ ਤੁਰਿਆ ਫਿਰਦਾ ਆ, ਕੋਈ ਕੁਝ ਨਹੀਂ ਕਰ ਰਿਹਾ। ਬਿਲਕੁਲ ਬਿਲਕੁਲ। ਉਹ ਚੀਜ਼ਾਂ ਤੁਹਾਨੂੰ ਸੋਚਣ ਤੇ ਮਜਬੂਰ ਕਰਦੀਆਂ। ਅੱਗੇ ਲਿਖਦੇ ਨੇ ਜੀ ਵੀ although he had fled India, Chauhan would never really escape the attention of the Indian government. This became clear on one of his North American visits in December 1981. Chauhan landed at New York's John F. Kennedy Airport and moved easily through the winter holiday crowd. He was traveling on a United Nations travel document. His passport had been impounded by Indira Gandhi.
ਸੋ ਯਾਨੀ ਕਿ ਵੀ ਜਦੋਂ ਇੰਦਰਾ ਗਾਂਧੀ ਨੂੰ ਪਾਸਪੋਰਟ ਨਹੀਂ ਦਿੱਤਾ, ਉਹਨੇ UK ਦਾ ਪਾਸਪੋਰਟ ਨਹੀਂ ਲਿਆ, ਉਹਨੇ ਯੂਨਾਈਟਿਡ ਨੇਸ਼ਨਸ ਤੋਂ ਟਰੈਵਲ ਡਾਕੂਮੈਂਟ ਜਿਹੜਾ ਆ ਵੀ ਉਹ ਬਣਵਾਇਆ। ਤੇ ਉਹ ਵੀ ਹੁਣ ਦੇਖ ਲਓ ਵੀ ਅਗਲਾ ਕੇਸ ਲੈਵਲ ਤੇ ਜਿਹੜਾ ਆ ਵੀ ਉਹ ਤੁਰਿਆ ਫਿਰ ਰਿਹਾ ਹੈ। ਬਿਲਕੁਲ। With his flowing snow white beard and his elegant Sikh attire, he stood out from the multitude of travelers. He was warmly greeted by a small group of Sikhs dressed in expensive three-piece suits. However, there were others who seemed less kindly disposed. All Indians, they lounged in the vicinity, blending in with the throngs of Indians who are a regular feature of JFK, a hub for travel to the subcontinent. The self-styled president of Khalistan was being followed by intelligence agents of the Indian government, intent on tracing every step he took. They made note of every meeting he attended across the United States and Canada, compiling lists of the Sikhs who turned out to listen to his speeches. यानी कि ये वो कंडा सीगा भी ਜਿਹਨੇ ਮੱਛੀਆਂ ਫਸਾਉਣੀਆਂ। ਇਹ ਉਹ ਹਿਰਨ ਸੀਗਾ ਜਿਹੜਾ ਬਾਕੀ ਜਿਹਨੇ ਬਾਕੀ ਹਿਰਨਾਂ ਲੈ ਕੇ ਆਉਣਾ ਸੀਗਾ। ਸੋ ਇਸ ਕਰਕੇ ਵੀ ਇਹੋ ਜਿਹੇ ਆਪਾਂ ਨੂੰ ਵੀ ਪਤਾ ਆ ਵੀ ਹੁਣ ਸਾਡੇ ਵੀ ਐਕਸਪੀਰੀਅੰਸ ਇਹੋ ਜਿਹੇ ਹੈਗੇ ਆ। ਹੁਣ ਤਾਂ ਇਦਾਂ ਆਮ ਹੀ ਹੁੰਦਾ ਜਾ ਰਿਹਾ ਹੈ। ਹਾਂ ਭਈ ਜਿਹੜਾ ਇਹ ਤਰੀਕਾ ਆ ਵੀ ਆਪਣਾ ਬੰਦਾ ਬਣਾ ਕੇ ਤੇ ਉਹਦੇ ਵਿੱਚ ਛੱਡੋ, ਖਾਲਿਸਤਾਨ ਦੇ ਨਾਰੇ ਲਵਾਓ, ਫਿਰ ਦੇਖੋ ਕਿ ਕੌਣ ਲਾ ਰਿਹਾ, ਫਿਰ ਦੇਖੋ ਵੀ ਪਿੱਛੇ ਕੌਣ ਬੋਲਦਾ, ਔਰ ਫਿਰ ਜਿਹਨੇ ਭਾਵੇਂ ਅਖੇ ਵੀ ਵਿਖਾਵੇ ਲਈ ਬੋਲ ਦਿੱਤਾ ਭਈ ਲੋਕਾਚਾਰੀ ਕਹਿਤਾ ਕੁਛ, ਬਸ ਉਹ ਲਿਸਟ ਦੇ ਉੱਤੇ ਨਾ ਚੜਾ ਦਿਓ, ਉਹਦੇ ਅਗੇਂਸਟ ਬਸ ਫਿਰ ਤੁਹਾਡੇ ਕੋਲੇ ਰੀਜ਼ਨ ਆ ਗਿਆ, ਹੁਣ ਉਹ ਤੁਹਾਡੇ ਗੁੱਠੇ ਦੇ ਥੱਲੇ ਆ, ਹੁਣ ਤੁਸੀਂ ਉਹਨੂੰ ਜਿੱਦਾਂ ਮਰਜ਼ੀ ਮਸਲ ਲਓ, ਜਿੱਦਾਂ ਮਰਜ਼ੀ ਵਰਤ ਲਓ ਜੀ। ਸੋ ਉਹ ਜਿਹੜੇ ਹੱਥ ਕੰਡੇ ਨੇ ਉਹ ਆ ਦੇਖ ਲਓ ਵੀ ਭਾਈ ਵੀ ਆ ਡਾਕੂਮੈਂਟ ਹੋਇਆ, ਤਾਂ ਕਰਕੇ ਕਿਤਾਬ ਜਿਹੜੀ ਆ ਵੀ ਇਹ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ। ਬਿਲਕੁਲ ਜੀ ਬਿਲਕੁਲ। ਸੋ ਉਹ ਕਹਿੰਦੇ ਵੀ they made note of every meeting he attended across the United States and Canada, compiling lists of Sikhs who turned out to listen to his speeches. Their presence did not escape his attention. As a former state minister, he could spot the agents from a mile. ਉਹਨੂੰ ਤਾਂ ਪਤਾ ਹੋਣਾ ਹੈ, ਨਾਂ ਦਿੱਤੇ ਹੋਣੇ ਆ ਉਹਨੂੰ ਵੀ ਭਾਈ ਆਹ ਬੰਦੇ ਆ। After spending a week in the United States, Chauhan flew to Toronto. He stayed in Malton at the home of a childhood friend from Punjab, one of his earliest supporters and an influential leader among the 50,000 Sikhs settled in the Metro Toronto area. In an interview with a newspaper reporter, he was asked how India viewed his separatist preaching across the world. Chauhan casually mentioned the 15 agents of the CBI. CBI is India's intelligence service. He had spotted at JFK. This surveillance did not frighten him, he said, but it did keep him on his guard. It also kept the agents busy without providing them with any information of substance. ਹੁਣ ਗੱਲ ਇਹ ਆ ਵੀ CBI ਜਿਹੜੀ ਆ ਵੀ ਉਹ ਇੰਡੀਆ ਦੀ ਇੰਟੈਲੀਜੈਂਸ ਸਰਵਿਸ ਨਹੀਂ ਗੀ ਜੀ, ਉਹ ਇੰਡੀਆ ਦੀ ਪੁਲਿਸ ਇਨਵੈਸਟੀਗੇਸ਼ਨ ਏਜੰਸੀ ਆ। ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹ ਇੰਡੀਆ ਦੇ ਅੰਦਰ ਜਸੂਸੀ ਕਰਦੇ ਆ ਜੀ, ਤੇ ਜਿਹੜਾ ਰॉ ਆ ਉਹ ਇੰਡੀਆ ਦੇ ਬਾਹਰ ਜਸੂਸੀ ਕਰਦਾ। ਸੋ ਇਸ ਕਰਕੇ ਵੀ ਇਹ ਪਤਾ ਨਹੀਂ ਵੀ ਹੁਣ ਭਾਈ ਵੀ ਇਹ ਵੀ ਚੌਹਾਨ ਜਿਹੜਾ ਆ ਵੀ ਉਹ ਮਿਸਲੀਡ ਕਰ ਰਿਹਾ ਹੈ ਕਿ ਕੀ ਕਰ ਰਿਹਾ ਹੈ, ਵੀ ਡਿਨਾਈਬਿਲਟੀ ਜਿਹੜੀ ਆ ਵੀ ਉਹਦੇ ਨਾਲ ਕਰ ਰਿਹਾ ਹੈ। What Chauhan did fear, however, was India's plan for the future. As the separatist movement grew in the West, so would the game plan to stop it. He pointed to India's attempts to thwart the movement in Punjab and grimly forecast trouble for the expatriate Sikh community. He was convinced that Indian agents under the guise of refugees, immigrants and businessmen had already infiltrated the Sikh community in Canada to fulfill a scenario drawn up in New Delhi. So ਉੱਚ ਸੰਭਾਵਨਾ ਹੈਗੀ ਆ, ਪਰ ਨਾਲ ਇਹ ਵੀ ਆ ਭਈ ਜੇ ਹਿਸਾਬ ਦੇ ਨਾਲ ਕਹਿ ਲਓ ਭਈ ਸ਼ੱਕ ਜਿਹੜਾ ਆ ਵੀ ਉਹ ਕਮਿਊਨਿਟੀ ਦੇ ਵਿੱਚ ਪੈਦਾ ਕੀਤਾ ਗਿਆ। ਜਦੋਂ ਇਹ ਸਟੇਟਮੈਂਟ ਦੇ ਦਿੱਤੀ ਜਾਵੇ ਵੀ ਜਿਹੜੇ ਬੰਦੇ ਰਿਫਿਊਜੀ ਬਣ ਕੇ ਆ ਰਹੇ ਆ ਉਹ ਸਰਕਾਰੀ ਏਜੰਟ ਨੇ, ਤੇ ਜਿਹੜੇ ਸਿੱਖ ਆ ਉਹ ਇੱਕ ਦੂਜੇ ਵੱਲ ਇੱਦਾਂ ਸ਼ੱਕ ਦੀ ਨਜ਼ਰ ਨਾਲ ਹੀ ਦੇਖੂਗੇ। ਬਿਲਕੁਲ ਦੇਖਣਗੇ, ਕਿਤੇ ਇਹ ਤਾਂ ਨਹੀਂ ਏਜੰਟ। ਬਿਲਕੁਲ, ਕਿਉਂਕਿ ਆਪਣਾ ਤਾਂ ਪਤਾ ਕਿ ਹਰੇਕ ਨੂੰ ਭਾਵੇਂ ਉਹ ਰਿਫਿਊਜੀ ਆ ਤੇ ਭਾਵੇਂ ਉੱਥੇ ਸੈਟਲ ਹੋਇਆ ਆ। ਜਿੱਦਾਂ ਅੱਜ ਮੰਨ ਲਓ ਵੀ ਇਹ ਕਹਿ ਦਿੱਤਾ ਜਾਵੇ ਵੀ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਵੀ ਇੰਡੀਆ ਤੋਂ ਆਏ ਆ ਕੇ ਤੇ ਸਿੱਖ ਨਿਊਜ਼ੀਲੈਂਡ 'ਚ ਸੈਟਲ ਹੋਏ ਆ, ਤੇ ਉਹ ਅਖੇ ਭਈ
ਉਹਨਾਂ ਦੇ ਵਿੱਚ ਸਰਕਾਰੀ ਏਜੰਟ ਸੀਗੇ। ਹੁਣ ਪਹਿਲੀ ਗੱਲ ਤੇ ਇਹ ਹੋ ਜਾਣੀ ਵੀ ਤੁਸੀਂ ਆਪਣੇ ਆਪ ਨੂੰ ਦੇਖ ਲੈਣਾ ਵੀ ਅੱਛਾ ਮੈਨੂੰ ਤੇ 5 ਸਾਲ ਤੋਂ ਜ਼ਿਆਦਾ ਹੋ ਗਏ ਆ, ਸੋ ਮੈਂ ਤੇ ਹੈ ਨਹੀਂ ਜੀ। ਪਰ ਫਿਰ ਤੁਸੀਂ ਇਹ ਦੇਖਣ ਲੱਗ ਪੈਣਾ ਵੀ ਜਿੱਥੇ ਵੀ ਕਿਤੇ ਕਿਸੇ ਨੂੰ ਮਿਲੂਗੇ ਉਹਨੂੰ ਪੁੱਛੋਗੇ ਅੱਛਾ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਆਇਆ। ਤੇ ਜੇ ਉਹ ਕਹਿ ਲਓ ਵੀ ਵਾਹਿਗੁਰੂ ਨਾ ਕਰੇ ਕਹਿ ਬੈਠਾ ਵੀ ਇਹ ਮੈਨੂੰ 4 ਸਾਲ ਹੋਏ ਆ, ਫਿਰ ਤੁਹਾਡਾ ਜਿਹੜਾ ਐਂਟੀਨਾ ਆ ਸ਼ੱਕ ਵਾਲਾ ਵੀ ਉਹ ਖੜਾ ਹੋ ਜਾਣਾ ਵੀ ਇਹ ਕਿਤੇ ਸਰਕਾਰੀ ਏਜੰਟ ਹੀ ਲੱਗਦਾ। ਸਹੀ ਗੱਲ। ਯਾਨੀ ਸ਼ੱਕ ਜਿਹੜਾ ਆ ਇੱਕ ਸਿੱਖ ਦਾ ਦੂਜੇ ਸਿੱਖ ਪ੍ਰਤੀ ਭਈ ਉਹ ਸਭ ਤੋਂ ਇਸ ਵੇਲੇ ਵੱਡਾ ਹਥਿਆਰ ਆ ਸਰਕਾਰ ਕੋਲ। ਬਿਲਕੁਲ ਜੀ, ਬਿਲਕੁਲ। ਤੇ ਉਹ ਚੀਜ਼ਾਂ ਜਿਹੜੀਆਂ ਉਹ ਦੇਖ ਲਓ ਵੀ ਉਸ ਵੇਲੇ ਜਿਹੜੀਆਂ ਵੀ ਉਹਦੀ ਨੀਂਹ ਰੱਖੀ ਗਈ, ਕਿੱਦਾਂ ਖੇਡੀਆਂ ਗਈਆਂ। ਗਈਆਂ। ਉਹਦਾ ਭਾਜੀ ਦੀਦਾ ਹੀ ਹੈ ਨਾ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਬੰਦੇ ਜਿੱਦਾਂ ਹੁਣ ਜਿੰਨਾ ਕੁ ਅਸੀਂ ਪੜ੍ਹਿਆ ਜਿੰਨੀ ਕੁ ਸਮਝ ਲੱਗਦੀ ਹੈ ਜਿਸ ਹਿਸਾਬ ਨਾਲ ਪਲਾਂਟ ਕੀਤੇ ਗਏ ਆ, ਉਹਨਾਂ ਦਾ ਪਰਪਸ ਹੀ ਇਹ ਸੀਗਾ ਕਿ ਇੱਕ ਤਾਂ ਜਿਹੜਾ ਇੱਕ ਸਿੱਖ ਦੂਜੇ ਸਿੱਖ ਪ੍ਰਤੀ ਜਿਹੜਾ ਆ ਇੱਕ ਤਾਂ ਨਫ਼ਰਤ ਦਾ ਬੀਜ ਬੀਜਿਆ ਜਾਵੇ ਤੇ ਸ਼ੱਕ ਦੇ ਬੀਜ ਬੀਜੇ ਜਾਣ। ਤੇ ਜੇ ਇਹਨਾਂ ਦੀ ਕੋਈ ਫਿਊਚਰ 'ਚ ਕੋਈ ਇਦਾਂ ਦੀ ਮੂਵਮੈਂਟ ਖੜੀ ਹੁੰਦੀ ਹੈ ਉਹਨੂੰ ਪਹਿਲਾਂ ਹੀ ਬਦਨਾਮ ਕਰਕੇ ਕਿੱਦਾਂ ਉਹਨੂੰ ਨੱਪਿਆ ਜਾ ਸਕਦਾ ਹੈ, ਕਿੰਨਾ ਉਹਨੂੰ ਕੰਟਰੋਲ ਕਰਕੇ ਖਤਮ ਕੀਤਾ ਜਾ ਸਕਦਾ ਹੈ। ਕੋਈ ਕਹਿੰਦੇ ਨਾ ਬਦ ਸੇ ਬਦਨਾਮ ਬੁਰਾ। ਹੁਣ ਮਤਲਬ ਉਦਾਹਰਨ ਦੇ ਤੌਰ ਤੇ ਜੇ ਅੱਜ ਹੁਣ ਜਦੋਂ ਜਿਹੜੇ ਫਾਰਮਰਸ ਪ੍ਰੋਟੈਸਟ ਕਰ ਰਹੇ ਇੰਡੀਆ ਦੇ ਵਿੱਚ, ਗੋਦੀ ਮੀਡੀਆ ਨੂੰ ਕੁਝ ਕਹਿਣ ਦੀ ਲੋੜ ਨਹੀਂ, ਸਿਰਫ ਖਾਲਿਸਤਾਨੀ ਕਹਿੰਦੇ ਆ ਤੇ ਉਹਦੇ ਨਾਲ ਹੀ ਇੱਕ ਨੈਗੇਟਿਵਿਟੀ ਸਾਰਿਆਂ ਦੀ ਉਹਨਾਂ ਪ੍ਰਤੀ ਬਣ ਜਾਂਦੀ ਹੈ ਕਿ ਭਈ ਖਾਲਿਸਤਾਨੀ ਹੈਗੀ ਹੈ, ਤੇ ਉਹ ਇਮੇਜ ਉੱਦਾਂ ਦੀ ਉਹਨਾਂ ਨੇ ਘੜ ਦਿੱਤੀ ਹੈਗੀ ਹੈ। ਉਹ ਚੀਜ਼ਾਂ ਦਾ ਬੜਾ ਕਹਿ ਲਓ ਕਿ ਸਾਈਕੋਲੋਜੀ ਤੌਰ ਤੇ ਇਹਨਾਂ ਨੇ ਬੜੇ ਵੱਡੇ ਪੱਧਰ ਤੇ ਇੰਪੈਕਟ ਛੱਡਿਆ ਹੈ। ਉਹ ਗੇਮ ਜਿਹੜੀ ਆ ਵੀ ਉਹ ਉਹਨਾਂ ਨੇ ਕਹਿ ਲਓ ਵੀ ਜਿਹੜੇ ਗੇਮ ਖੇਡਣ ਦੇ ਰੂਲ ਨੇ ਉਹ ਉਹਨਾਂ ਦੇ ਮਿੱਥੇ ਹੋਏ ਨੇ ਉਹਦੇ ਅਕੋਰਡਿੰਗ ਹੀ ਉਹਨਾਂ ਨੇ ਸਾਰੇ ਜਿਹੜੇ ਆ ਵੀ ਉਹ ਰੂਲ ਆਪਣੇ ਹੱਕ 'ਚ ਕੀਤੇ ਹੋਏ। ਜੀ ਨਿਊਜ਼ ਦੀ ਇੱਕ ਸਟੇਟਮੈਂਟ ਘੁੰਮਦੀ ਸੀ ਸੋਸ਼ਲ ਮੀਡੀਆ ਤੇ ਵੀ ਹੁੰਦੀ ਸੀ, ਕਹਿੰਦੇ ਉਹਨਾਂ ਨੇ ਬਣਾਈ ਵੀ ਦੇਖੋ ਕਿੰਨੇ ਤਰੀਕੇ ਨਾਲ ਕਿ ਲਿਖਿਆ ਸੀਗਾ ਕਿ ਕਿਆ ਸਰਕਾਰ ਬਿੱਲ ਵਾਪਸ ਲੈ ਕੇ ਖਾਲਿਸਤਾਨੀ ਕੋ ਜਿਤਾਏਗੀ। ਇਦਾਂ ਮਤਲਬ ਹੁਣ ਕਿੱਥੇ ਖਾਲਿਸਤਾਨ ਕਿੱਥੇ ਫਾਰਮਰਸ ਦੀ ਗੱਲ ਹੋ ਰਹੀ ਹੈ। ਉਹ ਫਾਰਮਰਸ ਦੇ ਵਿੱਚ ਯੂਪੀ ਦਾ ਫਾਰਮਰ ਵੀ ਬੈਠਾ ਹੈ, ਰਾਜਸਥਾਨ ਦਾ ਵੀ ਬੈਠਾ ਹੈ, ਤਮਿਲਨਾਡੂ ਹਰਿਆਣੇ ਦਾ ਵੀ ਹੈ, ਮਹਾਰਾਸ਼ਟਰ ਦਾ ਵੀ ਹੈਗਾ ਆ। ਤਾਂ ਮਤਲਬ ਤੁਸੀਂ ਏਜੰਡਾ ਦੇਖੋ ਕਿੱਦਾਂ ਪੁਸ਼ ਕੀਤਾ ਜਾ ਰਿਹਾ ਹੈ। ਯਾਨੀ ਕਿ ਜਵਾਬ ਜਿਹੜਾ ਆ ਉਹ ਪਹਿਲਾਂ ਹੀ ਤੁਹਾਡੇ ਦਿਮਾਗ ਦੇ ਵਿੱਚ ਉਹਨਾਂ ਨੇ ਪਾਤਾ ਵੀ ਨਾ ਸਰਕਾਰ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਨਾਂ। ਸਹੀ ਗੱਲ ਹੈ। ਇੱਕ ਤਾਂ ਇਹ ਕਰਤਾ ਤੇ ਦੂਜਾ ਪਹਿਲੀ ਗੱਲ ਤਾਂ ਤੁਸੀਂ ਜੇ ਤੁਸੀਂ ਐਜ਼ ਅ ਸਿੱਖ ਗਏ ਆ ਤੁਸੀਂ ਪਹਿਲਾਂ ਖਾਲਿਸਤਾਨ ਨੂੰ ਡਿਫੈਂਡ ਕਰਨ ਲੱਗ ਜਾਣਾ ਕਿ ਭਾਈ ਇਦਾਂ ਨਹੀਂ ਹੈਗਾ ਜਿੱਦਾਂ ਤੁਸੀਂ ਪੇਸ਼ ਕਰ ਰਹੇ ਆ। ਉਹ ਮੁੱਦੇ ਤੇ ਹੀ ਭਟਕਾ ਦਿੰਦੇ ਹੈਗੇ ਆ, ਬੜੇ ਤਰੀਕੇ ਨਾਲ ਗੇਮਾਂ ਖੇਡੀਆਂ ਜਾ ਰਹੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭਾਈ ਵੀ ਸਾਡੇ ਧਿਆਨ 'ਚ ਰੱਖਣੇ ਵਾਲੀਆਂ ਆ। ਜੀ ਬਿਲਕੁਲ। ਵੀ ਉਹ ਸਾਰਾ ਕੁਝ ਜਿਹੜਾ ਆ ਵੀ ਇਹ ਉਹੀ ਗੱਲ ਆ ਵੀ ਆਪਣੇ ਆਪ ਨੂੰ ਅਸੀਂ ਜਿੰਨਾ ਜ਼ਿਆਦਾ ਅਵੇਅਰ ਕਰ ਸਕਦੇ ਹਾਂ ਜੀ, ਜਿੰਨਾ ਜ਼ਿਆਦਾ ਗਿਆਨ ਜਿਹੜਾ ਆ ਵੀ ਉਹ ਇਕੱਠਾ ਕਰ ਸਕਦੇ ਹਾਂ ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਬਿਲਕੁਲ ਓਨਾ ਹੀ ਆਪਾਂ ਨੂੰ ਕਹਿ ਲਓ ਵੀ ਸਾਰਾ ਕੁਝ ਸਮਝਣ ਦੇ ਵਿੱਚ ਸਾਰਾ ਕੁਝ ਇਹ ਸਹਾਇਕ ਹੋਣਾ ਜੀ। ਤੇ ਜਿੱਦਾਂ ਸਾਡੀ ਸਮਝ ਵਧੀ ਉਸੇ ਹਿਸਾਬ ਨਾਲ ਹੀ ਫਿਰ ਸਾਨੂੰ ਵੀ ਜਿਹੜੀ ਦੁਸ਼ਮਣ ਦੀ ਖੇਡ ਆ ਜੀ ਤੇ ਉਹਨੂੰ ਕਿਸ ਹਿਸਾਬ ਦੇ ਨਾਲ ਟੈਕਲ ਕਰਨਾ ਆ ਤੇ ਕਿੱਦਾਂ ਵੀ ਸਾਰਾ ਇਹ ਜਿਹੜਾ ਚੱਲ ਰਿਹਾ ਡਰਾਮਾ ਵੀ ਇਹਨੂੰ ਜਿੱਤਣਾ ਆ। ਬਿਲਕੁਲ। ਤੇ ਉਹਦੇ ਬਾਰੇ ਅਸੀਂ ਫਿਰ ਸੋਚ ਵਿਚਾਰ ਕਰਕੇ ਤੇ ਐਕਸ਼ਨ ਜਿਹੜਾ ਆ ਵੀ ਉਹ ਲੈ ਸਕਦੇ ਹਾਂ ਜੀ। ਭਾਈ ਇੱਥੇ ਨਾ ਇੱਕ ਗੱਲ ਹੋਰ ਮੈਂ ਇੱਕ ਜੋੜਨਾ ਚਾਹੁੰਦਾ ਸੀਗਾ ਕਿ ਜਿੱਦਾਂ ਏਜੰਸੀਆਂ ਕਿੱਦਾਂ ਸਿੱਖਾਂ ਦੇ ਪ੍ਰਤੀ ਸਿੱਖ ਦੀ ਹੀ ਸਿੱਖ ਪ੍ਰਤੀ ਕਿੱਦਾਂ ਨਫ਼ਰਤ ਪੈਦਾ ਕੀਤੀ ਜਾਂਦੀ ਹੈ। ਇੱਕ ਜਿਹੜਾ ਹੁਣ ਇੱਥੇ ਵਾਕਿਆ ਹੋਇਆ ਆ ਕੋਰਟ ਦੇ ਵਿੱਚ ਪਰਸੋਂ ਦੀ ਗੱਲ ਹੈ ਸ਼ਾਇਦ, ਤੇ ਉਹਦੇ ਵਿੱਚ ਜਿਹੜੇ 6 ਨੌਜਵਾਨਾਂ ਨੇ ਇਹਦੇ ਤੇ ਹਰਨੇਕ ਤੇ ਹਮਲਾ ਕੀਤਾ ਸੀਗਾ ਤੇ ਉਹਦੀ ਸਪੋਰਟ ਦੇ ਵਿੱਚ ਗਏ ਸੀ ਜਾਂ ਫਿਰ ਉਹ ਉੱਦਾਂ ਹੀ ਗਏ ਸੀਗੇ। ਠੀਕ ਹੈ ਜੀ। 100 ਸਵਾ 100 150 ਬੰਦਾ ਸੀਗਾ ਉੱਥੇ ਕੋਰਟ ਦੇ ਵਿੱਚ। ਹੁਣ ਮਤਲਬ ਇਹਨਾਂ ਵੱਲੋਂ ਇੱਦਾਂ ਪੇਸ਼ ਕੀਤਾ ਜਾ ਰਿਹਾ ਕਿ ਉਹਨਾਂ ਦੀ ਸਪੋਰਟ ਦੇ ਵਿੱਚ ਸੀਗੇ 6 ਜਣਿਆਂ ਦੀ। ਠੀਕ ਹੈ ਜੀ। ਤੇ ਉੱਥੇ ਹੁਣ ਇਹਨਾਂ ਨੇ ਲਿਖ ਕੇ ਆਪਣੀ ਵਾਲ ਦੇ ਇਦਾਂ ਪਾਇਆ ਹੈ ਕਿ ਉੱਥੇ ਜੀ ਅੰਮ੍ਰਿਤਧਾਰੀਆਂ ਦਾ ਇਕੱਠ ਸੀਗਾ 6 ਨੌਜਵਾਨਾਂ ਦੇ ਉਹਦੇ ਹੱਕ ਦੇ। ਬਹੁਤ ਸਾਡੀ ਕੌਮ ਦੀ ਬੜੀ ਫਖਰ ਦੀ ਗੱਲ ਆ। ਮਤਲਬ ਕਹਿਣਾ ਇਹ ਚਾਹੁੰਦਾ ਕਿ ਜਦੋਂ ਸਟੇਟਮੈਂਟ ਦਿੱਤੀ ਹੈ ਜਿਹੜੇ ਸਿੱਖ ਇਹਨਾਂ ਨੂੰ ਫੋਲੋ ਕਰਦੇ ਆ ਚਾਹੇ ਉਹ ਜਾਣੇ ਅਣਜਾਣੇ ਦੇ ਵਿੱਚ ਕਰਦੇ ਆ, ਉਹ ਵਰਡ ਲਿਖਣ ਦੀ ਕੀ ਲੋੜ ਸੀ ਇਹਨਾਂ ਨੂੰ ਕਿ ਅੰਮ੍ਰਿਤਧਾਰੀਆਂ ਦੀ ਉੱਥੇ ਇਕੱਠ ਸੀਗਾ। ਯਾਨੀ ਕਿ ਨਹੀਂ ਲਿਖਣੀ ਤੇ ਬਕਵਾਸ ਹੋਰ ਵੀ ਸੀਗੀ ਇਹਨਾਂ ਨੇ। ਉਹ ਕਹਿ ਲਓ ਵੀ ਹਿੰਮਤ ਨਹੀਂ ਪਈ ਹੁਣ ਉਹ ਬਕਵਾਸ ਲਿਖਣੇ ਦੀ। ਹਾਂਜੀ ਤੇ ਬਿਲਕੁਲ ਭਾਜੀ। ਤੇ ਇਸ ਤਰੀਕੇ ਨਾਲ ਇਹ ਦਿਮਾਗਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਕਰਦੇ ਨੇ ਤੇ ਕੀਤੀ ਜਾਂਦੀ ਹੈਗੀ ਹੈ ਕਿ ਭਾਈ ਜੇ ਮਤਲਬ ਜੋ ਉਹ 6 ਨੌਜਵਾਨਾਂ ਦੀ ਸਪੋਰਟ ਕਰਦਾ ਹੈ ਉਹ ਅੰਮ੍ਰਿਤਧਾਰੀ ਨੇ। ਪੇਸ਼ ਇਦਾਂ ਕੀਤਾ ਜਾ ਰਿਹਾ ਆ ਤੇ ਉਹ ਅੰਮ੍ਰਿਤਧਾਰੀ ਨੇ ਤੇ ਇਹ ਜੋ ਕਰਦੇ ਇਹ ਅੰਮ੍ਰਿਤਧਾਰੀ ਵਾਇਲੈਂਸ ਨੂੰ ਸਪੋਰਟ ਕਰਦੇ ਆ ਜਾਂ ਉਸ ਤਰੀਕੇ ਨਾਲ ਇਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਹੀਂ ਅਸੀਂ ਦੱਸ ਦਈਏ ਇੱਥੇ ਵੀ ਭਾਈ ਮੈਂ ਆਪਣੀ ਪਰਸਨਲੀ ਗੱਲ ਕਰਨ ਲੱਗਿਆ ਜੀ। ਵੀ ਉਹ ਜਿਨ੍ਹਾਂ ਨੇ ਹਮਲਾ ਕੀਤਾ ਬਿਲਕੁਲ ਮੈਂ ਉਹਨਾਂ ਦੀ ਸਪੋਰਟ ਕਰਦਾ ਜੀ। ਵੀ ਕਿਉਂਕਿ ਉਹਨਾਂ ਨੇ ਮਜਬੂਰ ਹੋ ਕੇ ਕੀਤਾ ਜੋ ਕੀਤਾ। ਬਿਲਕੁਲ ਕਾਨੂੰਨ ਤੋੜਿਆ ਉਹਨਾਂ ਨੇ। ਬਿਲਕੁਲ ਕਾਨੂੰਨ ਦੇ ਤੋੜਨ ਕਰਕੇ ਜੋ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਉਹ ਬਿਲਕੁਲ ਸਿਸਟਮ ਜਿਹੜਾ ਆ ਵੀ ਉਹਨਾਂ ਨੂੰ ਸਜ਼ਾ ਦੇ ਦੂਗਾ। ਬਿਲਕੁਲ।
ਪਰ ਉਹਨਾਂ ਦੀ ਸਪੋਰਟ ਜੇ ਹਿਸਾਬ ਨਾਲ ਵੀ ਸਾਡੇ ਤੋਂ ਹੋਊਗੀ ਅਸੀਂ ਕਰਾਂਗੇ। ਨਹੀਂ ਕਰਾਂਗੇ ਜੀ, ਔਰ ਬਿਲਕੁਲ ਕਰਾਂਗੇ। ਜਿਹੜਾ ਜੇ ਕਿਸੇ ਨੂੰ ਕੋਈ ਇਹਦੇ ਬਾਰੇ ਪ੍ਰੋਬਲਮ ਹੈਗੀ ਆ ਤੇ ਉਹ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੇ ਵੀ ਜਦੋਂ ਨਾ ਛੋਟਾ ਘੱਲੂਘਾਰਾ ਹੋਇਆ ਹੈ ਜੀ, ਵੱਡਾ ਘੱਲੂਘਾਰਾ ਹੋਇਆ ਹੈ ਜੀ, ਉਹ ਇੱਕ ਬੰਦਾ ਸੀ ਜਿਹੜਾ ਉਹ ਸਾਰੇ ਨੂੰ ਲੀਡ ਕਰਕੇ ਤੇ ਸਿੱਖਾਂ ਦੇ ਉੱਤੇ ਉਹਨੇ ਇੰਨਾ ਜਿਹੜਾ ਕਹਿ ਰਿਹਾ ਵੀ ਉਹ ਢਾਇਆ। ਬਿਲਕੁਲ। ਛੋਟੇ ਘੱਲੂਘਾਰੇ ਵੇਲੇ ਲਖਪਤ ਰਾਏ ਹੀ ਹੁਣ ਜਦੋਂ ਲਖਪਤ ਰਾਏ ਨੂੰ ਮਾਰਨ ਦੇ ਦੋਸ਼ ਦੇ ਵਿੱਚ ਮੰਨ ਲਓ ਭਈ ਜੇ 6 ਬੰਦਿਆਂ ਨੂੰ ਲਾਹੌਰ ਦਾ ਜਿਹੜਾ ਸੂਬਾ ਆ ਜੀ ਭਈ ਉਹ ਆਪਣੀ ਕਚਹਿਰੀ ਦੇ ਵਿੱਚ ਪੇਸ਼ ਕਰਕੇ ਸਜ਼ਾ ਦਿੰਦਾ ਜੀ, ਤੇ ਕੀ ਸਿੱਖਾਂ ਨੇ ਉਹਨਾਂ ਦੀ ਸਪੋਰਟ ਨਹੀਂ ਕਰਨੀ ਵੀ ਕਿਉਂਕਿ ਲਾਹੌਰ ਦਾ ਸੂਬਾ ਜਿਹੜਾ ਆ ਵੀ ਉਹ ਕਹਿ ਰਿਹਾ ਆ ਜੀ ਵੀ ਇਹਨਾਂ ਨੇ ਲਖਪਤ ਰਾਏ ਮਾਰ ਦਿੱਤਾ। ਬਿਲਕੁਲ। ਸੋ ਇਸ ਕਰਕੇ ਵੀ ਸਾਡੇ ਲਈ ਗੱਲ ਕਲੀਅਰ ਆ ਵੀ ਜਿਹੜਾ ਬੰਦਾ ਗੁਰੂ ਪਾਤਸ਼ਾਹੀਆਂ ਦੇ ਸਤਿਕਾਰ ਦੇ ਉੱਤੇ ਹਮਲਾ ਕਰ ਰਿਹਾ, ਬਿਲਕੁਲ, ਜਿਹੜਾ ਬੰਦਾ ਸਾਡੀਆਂ ਜਿਹੜੀਆਂ ਸਤਿਕਾਰਤ ਸ਼ਖਸੀਅਤਾਂ ਆ, ਸਾਡੇ ਜਿਹੜੇ ਸਿੱਖੀ ਦੇ ਕਨਸੈਪਟ ਨੇ, ਜਿਹੜਾ ਸਾਡਾ ਇਤਿਹਾਸ ਆ, ਉਹਦੇ ਬਾਰੇ ਕੋਝੀ ਤੋਂ ਕੋਝੀ ਜਿਹੜੀ ਸ਼ਬਦਾਵਲੀ ਆ ਉਹ ਵਰਤ ਕੇ ਤੇ ਘਟੀਆ ਤੋਂ ਘਟੀਆ ਜਿਹੜੀਆਂ ਹਰਕਤਾਂ ਉਹ ਕਰਨ ਦਿਆ ਆ। ਔਰ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਤੋਂ ਬਾਅਦ ਵੀ ਜੇ ਇੱਥੇ ਦਾ ਸਿਸਟਮ ਜਿਹੜਾ ਆ ਵੀ ਉਹਨੂੰ ਅਕਾਊਂਟੇਬਲ ਕਰਨੇ 'ਚ ਨਾਕਾਮ ਰਿਹਾ ਆ ਤੇ ਫਿਰ ਜੇ 6 ਬੰਦਿਆਂ ਨੇ ਵੀ ਭਾਵੇਂ ਉਹ ਫੈਸਲਾ ਜਿੱਦਾਂ ਦਾ ਵੀ ਉਹਨਾਂ ਨੇ ਲਿਆ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ, ਹੁਣ ਸਜ਼ਾ ਜੇ ਮਿਲਣੀ ਤੇ ਉਹਨਾਂ ਨੂੰ ਮਿਲਣੀ ਆ। ਬਿਲਕੁਲ। ਪਰ ਉਹਨਾਂ ਨੇ ਜਿਸ ਕਾਰਨ ਕਰਕੇ ਇਸ ਬੰਦੇ ਦੇ ਉੱਤੇ ਹਮਲਾ ਕੀਤਾ ਹਰਨੇਕ ਨੇਕੀ ਦੇ ਉੱਤੇ, ਉਹਦੀ ਅਸੀਂ ਪੂਰੀ ਸਪੋਰਟ ਕਰਦੇ ਹਾਂ ਵੀ ਹਾਂ ਭਾਈ ਠੀਕ ਆ। ਬਿਲਕੁਲ। ਕਿਉਂਕਿ ਹੀ ਡਿਜ਼ਰਵਡ ਦਿਸ। ਜੋ ਕੁਝ ਉਹਨੇ ਹਰਕਤਾਂ ਕੀਤੀਆਂ ਆ ਉਹ ਸਾਰੀਆਂ ਜਿਹੜੀਆਂ ਜਿਹੜੀ ਸ਼ਬਦੀ ਹਿੰਸਾ ਕਰਦਾ ਸੀ, ਜਿਹੜੇ ਉਹਨੇ ਬੀਜੇ ਹੋਏ ਸੀ, ਉਹਦੀ ਆਹ ਹੀ ਫਸਲ ਤਿਆਰ ਹੋਣੀ। ਔਰ ਇਹ ਗੱਲ ਅਸੀਂ ਪਿਛਲੇ ਐਟਲੀਸਟ 3-4 ਸਾਲ ਤੋਂ ਇੱਥੇ ਦੀ ਪੁਲਿਸ ਨੂੰ ਵੀ ਕਹਿੰਦੇ ਆਏ ਆ ਔਰ BSA ਨਾਲ ਵੀ ਕਰਦੇ ਰਹੇ ਆ, ਹੋਰ ਥਾਵਾਂ ਦੇ ਉੱਤੇ ਵੀ ਜਿੱਥੇ ਵੀ ਸਾਡੇ ਕੋਲੇ ਆਪਸ਼ਨ ਆਈ ਆ ਤੇ ਓਪਰਚੁਨਿਟੀ ਆਈ ਆ, ਅਸੀਂ ਉੱਥੇ ਇਹ ਗੱਲਾਂ ਜਿਹੜੀਆਂ ਆ ਔਨ ਦਾ ਰਿਕਾਰਡ ਰੱਖੀਆਂ ਹੋਈਆਂ। ਬਿਲਕੁਲ ਸਹੀ ਗੱਲ। ਸੋ ਇਸ ਕਰਕੇ ਸਾਨੂੰ ਇਹਦੇ ਵਿੱਚ ਕੋਈ ਨਹੀਂ ਹੈਗਾ ਵੀ ਭਾਈ ਵੀ ਇਹ ਤੁਸੀਂ ਜਿਹਨੇ ਕੋਈ ਸੁਣਨੇ ਵਾਲਾ ਕਹਿੰਦਾ ਨਾ ਵੀ ਵੀ ਹਾਂ ਜੀ ਵੀ ਵਰਪਾਲ ਸਿੰਘ ਨੇ ਐ ਕਿਹਾ ਆ, ਤੁਸੀਂ ਟਰਾਂਸਲੇਸ਼ਨਾਂ ਕਰ ਜਮ ਆਖੇ ਵੀ ਉੱਥੇ ਪੁਲਿਸ ਨੂੰ ਤੇ ਹੋਰ ਸਾਰਿਆਂ ਨੂੰ ਕਹੋ। ਬਿਲਕੁਲ ਅਸੀਂ ਓਪਨਲੀ ਕਹਿ ਰਹੇ ਹਾਂ ਔਰ ਇਹ ਗੱਲਾਂ ਅਸੀਂ ਆਲਰੇਡੀ ਪੁਲਿਸ ਵਾਲਿਆਂ ਨੂੰ ਕਰਕੇ ਆਏ ਹਾਂ। ਬਿਲਕੁਲ ਕੀਤੀ ਸੋ ਇਸ ਕਰਕੇ ਵੀ ਜਿਹੜੇ 6 ਬੰਦੇ ਉਹ ਹੈਗੇ ਆ, ਸਾਡੀ ਪੂਰੀ ਬਿਲਕੁਲ ਜਿੱਦਾਂ ਦੀ ਵੀ ਸਪੋਰਟ ਹੋਊਗੀ ਅਸੀਂ ਕਰਾਂਗੇ। ਬਿਲਕੁਲ ਜੀ, ਬਿਲਕੁਲ। ਕਿਉਂਕਿ ਅਗਲਿਆਂ ਨੇ ਵੀ ਜਿਹੜਾ ਸਿੱਖ ਕੌਮ ਦਾ ਦੁਸ਼ਮਣ ਆ ਜੀ ਉਹਦੇ ਉੱਤੇ ਇਸ ਕਰਕੇ ਹਮਲਾ ਕੀਤਾ ਵੀ ਉਹਨੂੰ ਅਕਾਊਂਟੇਬਲ ਕਰਨੇ ਦੀ ਕੋਸ਼ਿਸ਼ ਕੀਤੀ ਆ। ਸਹੀ ਗੱਲ ਹੈ ਭਈ ਜਿਹੜਾ ਭਈ ਅਜੇ ਵੀ ਬਕਵਾਸ ਜਿਹੜੇ ਆ ਭਿੰਦੇ ਵਰਗੇ ਕਰਦੇ ਫਿਰਦੇ ਆ। ਬਿਲਕੁਲ। ਭਈ ਜਿਹੜੀਆਂ ਸਟੇਟਮੈਂਟਾਂ ਦਿੰਦਾ ਫਿਰਦਾ ਆਖੇ ਵੀ ਸਿੱਖ ਕੌਮ ਮੂਰਖ ਨਹੀਂ, ਪਰ ਮੂਰਖ ਆਖੇ ਸਿੱਖ ਕਿਉਂ ਹੁੰਦੇ ਆ। ਭਈ ਇਹ ਕੋਈ ਨਾ, ਇਹ ਜਿਹੜੇ ਤੂੰ ਬੀਜਦਾ ਪਿਆ ਆ ਵੀ ਇਹਨਾਂ ਦੀਆਂ ਵੀ ਫਸਲਾਂ ਤਿਆਰ ਹੋਣੀਆਂ। ਸਹੀ ਗੱਲ ਹੈ। ਸੋ ਇਸ ਕਰਕੇ ਭਾਈ ਵੀ ਇਹ ਅਸੀਂ ਨਾ ਵਾਇਲੈਂਸ ਨੂੰ ਪ੍ਰਮੋਟ ਕਰਦੇ ਆ ਤੇ ਨਾ ਅਸੀਂ ਇਹ ਕਹਿੰਦੇ ਆ ਵੀ ਵਾਇਲੈਂਸ ਹੀ ਇੱਕੋ ਇੱਕ ਤਰੀਕਾ ਆ ਇਹੋ ਜਿਹੀਆਂ ਜਿਣਸਾਂ ਜਿਹੜੀਆਂ ਆ ਉਹਨਾਂ ਨੂੰ ਆਨਸਰੇਬਲ ਅਕਾਊਂਟੇਬਲ ਕਰਨੇ ਦਾ। ਬਿਲਕੁਲ। ਸੋ ਇਸ ਕਰਕੇ ਵੀ ਸਾਡੀ ਆਸ ਇਹ ਹੀ ਆ ਭਈ ਜਿਹੜੇ ਹੁਣ ਸਾਡੀਆਂ ਮੀਟਿੰਗਾਂ ਜਿਹੜੀਆਂ ਚੱਲਣ ਦਈਆਂ ਮਹਿਕਮਿਆਂ ਦੇ ਨਾਲ ਅੱਡ ਵੀ ਉਹਦੇ ਵਿੱਚੋਂ ਇਹੋ ਜਿਹੇ ਜਿਹੜੀਆਂ ਜਿਣਸਾਂ ਨੇ ਵੀ ਇਹਨਾਂ ਨੂੰ ਆ ਬਕਵਾਸ ਜਿਹੜੀ ਆ ਵੀ ਇਹਦੀ ਜਵਾਬਦੇਹੀ ਇਮੀਡੀਏਟਲੀ ਜਿਹੜੀ ਆ ਵੀ ਉਹ ਦੇਣੇ ਦੇ ਜਿਹੜੇ ਸਿਸਟਮ ਆ ਵੀ ਉਹ ਇੱਥੇ ਬਣ ਜੂਗੇ ਨਿਊਜ਼ੀਲੈਂਡ ਦੇ ਵਿੱਚ। ਪਰ ਜਿੰਨੀ ਦੇਰ ਤੱਕ ਨਹੀਂ ਬਣੇ ਹੋਏ ਉਨੀ ਦੇਰ ਤੱਕ ਅਸੀਂ ਇਹ ਕਹਿਣ ਨੂੰ ਬਿਲਕੁਲ ਤਿਆਰ ਹਾਂ ਵੀ ਉਹ ਬੰਦਿਆਂ ਨੇ ਵੀ ਇਹ ਗਲਤੀ ਕੀਤੀ ਵਾਇਲੈਂਸ ਦਾ ਸਹਾਰਾ ਲੈ ਕੇ ਤੇ ਕਾਨੂੰਨ ਤੋੜ ਕੇ। ਪਰ ਜੇ ਇਸ ਕਾਰਨ ਕਰਕੇ ਕੀਤੀ ਆ ਉਹਦੇ ਕਰਕੇ ਅਸੀਂ ਬਿਲਕੁਲ ਕਮਿਊਨਿਟੀ ਦਾ ਹਿੱਸਾ ਹੁੰਦੇ ਆਏ ਆ, ਉਹਨਾਂ ਦੀ ਸਪੋਰਟ ਕਰਾਂਗੇ ਹਰ ਤਰ੍ਹਾਂ ਦੀ ਜਿੱਦਾਂ ਦੀ ਬਣਦੀ ਹੈ। ਬਿਲਕੁਲ ਬਿਲਕੁਲ। ਨਹੀਂ ਸਹੀ ਗੱਲ ਹੈ ਭਾਈ। ਜੇ ਅਸੀਂ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਅਸੀਂ ਵਾਇਲੈਂਸ ਦੇ ਹੱਕ 'ਚ ਨਹੀਂ ਤੇ ਅਸੀਂ ਸ਼ਬਦੀ ਹਿੰਸਾ ਦੇ ਹੱਕ 'ਚ ਵੀ ਨਹੀਂ ਹੈਗੇ। ਬਿਲਕੁਲ। ਤੇ ਉਸੇ ਕਰਕੇ ਜੋ ਸਾਰਾ ਹੋਇਆ ਹੈਗਾ ਤੇ ਉਹ ਸਾਰਾ ਕੁਝ ਇਹਨਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਕਿੱਦਾਂ ਇਹ ਦੋ ਗਲੀਆਂ ਨੀਤੀਆਂ ਖੇਡਦੇ ਆ। ਮੈਨੂੰ ਹਾਂਜੀ ਮੈਨੂੰ ਤਾਂ ਇੱਕ ਗੱਲ ਤੋਂ ਉਹੀ ਹਾਸਾ ਆਉਂਦਾ ਸੀਗਾ ਕਿ ਆ 2 ਮਹੀਨੇ ਪੁਰਾਣੀ ਗੱਲ ਆ, ਜਦੋਂ ਗੁਰਦੁਆਰੇ ਦੇ ਸੰਬੰਧ ਦੇ ਵਿੱਚ ਕੋਰਟ ਦੇ ਵਿੱਚ ਜਾਣਾ ਸੀਗਾ, ਉਦੋਂ ਇਹ ਸਾਰਾ ਆਪਣਾ ਗਰੁੱਪ ਇਕੱਠਾ ਕਰਕੇ ਉੱਥੇ ਲੈ ਕੇ ਗਏ ਸੀ ਛਾਲਾ ਮਾਰਦੇ ਤੇ ਉਦੋਂ ਫਿਰ ਬਾਅਦ ਚ ਲਲਕਾਰੇ ਮਾਰਦੇ ਸੀਗੇ ਕਿ ਜੇ ਸੱਚੇ ਹੁੰਦੇ ਤਾਂ ਸਾਹਮਣੇ ਆ ਕੇ ਬਹਿੰਦੇ। ਮਤਲਬ ਦੋਗਲਾਪਨ ਇਹਨਾਂ ਦਾ ਇੱਥੇ ਇੰਨਾ ਮਤਲਬ ਕਲੀਅਰ ਹੋ ਜਾਂਦਾ ਹੈਗਾ। ਵੈਸੇ ਕਲੀਅਰ ਤਾਂ ਕਈ ਵਾਰ ਹੋ ਚੁੱਕਾ ਹੈਗਾ। ਮਤਲਬ ਦੋਗਲਾਪਨ ਇਹ ਜਦੋਂ ਆਪ ਗਏ ਆ ਪੂਰਾ ਲਾਮ ਲਕਸ਼ਰ ਲੈ ਕੇ ਉੱਥੇ ਤਾਂ ਫਿਰ ਛਾਲਾ ਮਾਰਦੇ ਫਿਰਦੇ ਜੀ, ਸੱਚੇ ਹੁੰਦੇ ਸਾਹਮਣੇ ਆ ਕੇ ਬਹਿੰਦੇ, ਅੱਖ ਚਾ ਕੇ ਪਾ ਕੇ ਗੱਲ ਕਰਦੇ। ਤੇ ਹੁਣ ਇੱਧਰ ਜਦੋਂ ਸਪੋਰਟ ਚਲੇ ਗਏ ਤੇ ਜੀ ਸਪੋਰਟ 'ਚ ਜਾ ਕੇ ਫਿਰ ਉਹ ਜਿਹੜਾ ਕ੍ਰਾਈਸਟ ਚਰਚ ਦੇ ਵਿੱਚ ਜਿਹੜਾ ਉਹ ਇੱਕ ਕ੍ਰਿਸਚਨ ਨੇ ਮੁਸਲਮਾਨ ਮੌਸਕ ਤੇ ਹਮਲਾ ਕਰਕੇ ਉਹਦਾ ਐਗਜ਼ਾਮਪਲ ਦੇ ਕੇ ਜੀ ਜੇ ਉਹਦੇ ਨਾਲ ਸਾਰੀ ਕਮਿਊਨਿਟੀ ਕ੍ਰਿਸਚਨ ਉੱਥੇ ਪਹੁੰਚ ਜਾਂਦੇ ਤਾਂ ਵੀ ਜੱਜ ਦਾ ਫੈਸਲਾ ਨਹੀਂ ਬਦਲਣਾ ਸੀਗਾ। ਭਾਈ ਉਹ ਜੱਜ ਦਾ ਫੈਸਲਾ ਥੋੜਾ ਨਾ ਬਦਲਵਾਣ ਗਏ ਸੀਗੇ। ਨਹੀਂ ਨਾਲੇ ਇਹਨਾਂ ਨੂੰ ਅਸਲ ਦੇ ਵਿੱਚ ਡਰ ਇਸੇ ਚੀਜ਼ ਦਾ ਹੀ ਆ ਵੀ ਜਦੋਂ ਜੱਜ ਨੇ ਇਹ ਦੇਖਿਆ ਬਈ ਇਹਨਾਂ ਬੰਦਿਆਂ ਦੇ ਹੱਕ ਦੇ ਵਿੱਚ 200-250 ਬੰਦਾ ਆਈ ਬੈਠਾ ਆ ਤੇ ਜਿਹਦੇ ਮਾਰਿਆ ਉਹਦੇ ਹੱਕ 'ਚ ਕਿੰਨੇ ਕੁ ਬੈਠੇ ਆ। ਮਤਲਬ ਵੈਸੇ
ਵੈਸੇ ਇਹ ਆਪਣੇ ਆਪ 'ਚ ਹੀ ਇੱਕ ਨਵੀਂ ਚੀਜ਼ ਹੈ ਨਾ ਬਾਈ, ਜਿਹੜਾ ਜਿਹਨੂੰ ਛਿੱਤਰ ਪਏ ਆ, ਜਿਹੜਾ ਕੁੱਟ ਖਾ ਕੇ ਬੈਠਾ, ਉਹਦੇ ਹੱਕ 'ਚ ਕੋਈ ਨਿੱਤਰ ਹੀ ਨਹੀਂ ਰਿਹਾ, ਕੋਈ ਵੀ ਨਹੀਂ ਨਿੱਤਰ ਰਿਹਾ ਹੈਗਾ ਆਪਣੀਆਂ ਇਹਦੀਆਂ ਭੇਡਾਂ ਤੋਂ ਇਲਾਵਾ ਕਿ ਭਾਜੀ ਤਾਂ ਇਦਾਂ ਹੈ ਨਾ। ਚਲੋ ਖੈਰ, ਤਾਂ ਜਿਹਨਾਂ ਨੇ ਉਹ ਚਲੋ ਜਿਹੜੇ 6 ਨੌਜਵਾਨਾਂ ਨੇ ਜੋ ਵੀ ਉਹ ਕੀਤਾ ਹੈ, ਤੇ ਸਾਰੇ ਉਹਦੇ ਹੱਕ 'ਚ ਕਿਉਂ ਨਿੱਤਰ ਰਹੇ ਹੈਗੇ, ਸਰਕਾਰ ਸੋਚੂਗੀ ਨਹੀਂ। ਬਿਲਕੁਲ, ਨਾਲੇ ਗੱਲ ਇਹ ਵੀ ਆ ਭਈ ਸਾਡਾ ਪਰਿਵਾਰ ਆ, ਬਿਲਕੁਲ ਕੌਮੀ ਪਰਿਵਾਰ ਜੀ, ਉਹ ਕੌਮੀ ਪਰਿਵਾਰ ਦੇ ਵਿੱਚੋਂ ਬਿਲਕੁਲ ਅਸੀਂ ਇਹ ਵੀ ਕਹਿਣ ਨੂੰ ਤਿਆਰ ਆ ਵੀ ਬੰਦਿਆਂ ਨੇ ਉਹਨਾਂ ਨੇ ਗਲਤੀ ਕੀਤੀ ਆ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਪੇਸ਼ੈਂਸ ਜਿਹੜੀ ਆ ਵੀ ਉਹ ਸਹਿਣਸ਼ੀਲਤਾ ਵੀ ਉਹਦਾ ਆਸਰਾ ਛੱਡਣਾ ਨਹੀਂ ਚਾਹੀਦਾ ਹੁੰਦਾ। ਵੀ ਭਾਵੇਂ 6 ਸਾਲ ਤੋਂ ਵੀ ਅਸੀਂ ਕੋਸ਼ਿਸ਼ ਕਰਦੇ ਪਏ ਆ ਤੇ ਹੋਰ ਸਾਰਾ ਕੁਝ ਜਿਹੜਾ ਵੀ ਚੱਲਦਾ ਪਿਆ ਵੀ ਉਹਦੇ ਵਿੱਚ ਵੀ ਜੇ 2 ਹੋਰ ਵੀ ਸਾਲ ਲੱਗ ਜਾਂਦੇ ਤੇ ਕੋਈ ਏਡੀ ਗੱਲ ਨਹੀਂ। ਬਿਲਕੁਲ ਜੀ, ਪਰ ਜਿਹੜੀ ਸਹਿਣਸ਼ੀਲਤਾ ਆ ਉਹ ਨਹੀਂ ਛੱਡਣੀ ਚਾਹੀਦੀ। ਇਹ ਲੜਾਈ ਸਬਰਾਂ ਦੀ ਲੜਾਈ, ਇਹ ਸਬਰਾਂ ਦੀ ਲੜਾਈ ਆ। ਬਿਲਕੁਲ, ਔਰ ਹੋ ਸਕਦਾ ਵੀ ਅਗਲੀ ਜਨਰੇਸ਼ਨ ਤੱਕ ਚੱਲੇ। ਬਿਲਕੁਲ, ਵੀ ਆ ਜਿਹੜੀ ਨਿਰੰਕਾਰੀਆਂ ਦੀ ਆ ਵੀ ਇਹ ਦੇਖ ਲਓ ਵੀ ਕਦੋਂ ਦੀ ਸ਼ੁਰੂ ਚੱਲਦੀ ਪਈ ਆ। 1947-48 ਦੇ ਵਿੱਚ ਵੀ ਉਹਨਾਂ ਨੇ ਆਪਣਾ ਡੇਰਾ ਇਧਰੋਂ ਪਾਕਿਸਤਾਨ ਵੱਲੋਂ ਆ ਕੇ ਤੇ ਬਣਾ ਲਿਆ ਸੀ ਨਿਰੰਕਾਰੀਆਂ, ਨਕਲੀ ਨਿਰੰਕਾਰੀ ਜਿਹੜੇ ਆ। ਔਰ 66 ਦੇ ਵਿੱਚ ਉਹਨਾਂ ਨੇ ਉਹ ਗ੍ਰੰਥ ਆਪਣਾ ਜਿਹੜਾ ਵੀ ਉਹ ਬਣਾ ਲਿਆ ਸੀ। ਸੋ ਉਹ ਸਾਰਾ ਕੁਝ ਜਿਹੜਾ ਆ ਵੀ 3 ਜਨਰੇਸ਼ਨ ਤੇ ਉਹਨਾਂ ਨੂੰ ਹੋ ਗਈਆਂ ਨਿਰੰਕਾਰੀਆਂ ਨੂੰ। ਸਹੀ ਗੱਲ। ਸੋ ਇਹਨਾਂ ਨੇ ਹੋ ਸਕਦਾ ਵੀ 3 ਜਨਰੇਸ਼ਨਾਂ ਤੱਕ ਚੱਲਣਾ ਹੋਵੇ। ਸੋ ਇਸ ਕਰਕੇ ਵੀ ਸਾਨੂੰ ਆਪਣੀ ਕਮਿਊਨਿਟੀ ਨੂੰ ਭਈ ਇਸ ਵੇਲੇ ਇਹੀ ਮੈਸੇਜ ਆ ਵੀ ਸਹਿਣਸ਼ੀਲ ਰਹਿਣਾ ਜਿਹੜਾ ਨਾ, ਪੇਸ਼ੈਂਸ ਜਿਹੜੀ ਆ ਉਹ ਇਸ ਵੇਲੇ ਸਾਡਾ ਸਭ ਤੋਂ ਵੱਡਾ ਹਥਿਆਰ ਆ। ਕਿਉਂਕਿ ਕੁੱਟ ਮਾਰ ਕੇ ਜਾਂ ਉਦਾਂ ਵੀ ਇਹ ਮਸਲੇ ਦਾ ਹੱਲ ਨਹੀਂ ਹੋਣਾ। ਭਈ ਉਦਾਂ ਠੀਕ ਆ ਵੀ ਅਖੇ ਵੀ ਦਿਲ ਨੂੰ ਸ਼ਾਂਤੀ ਮਿਲ ਜੂ ਜਾਂ ਹੋਰ ਭਈ ਜਿਹੜਾ ਮੂੰਹ ਮਹਾਂਦਰਾ ਵਿਗਾੜਿਆ ਆ ਵੀ ਉਹ ਵੇਖ ਕੇ ਵੀ ਖੁਸ਼ ਹੋ ਲੂੰਗੇ। ਪਰ ਜਿਹੜਾ ਮਸਲਾ ਆ, ਜਿਹੜੀ ਕਹਿ ਲਓ ਵੀ ਅੰਡਰਲਾਈਂਗ ਕਾਜ਼ ਜਿਹੜਾ ਆ, ਕਾਰਨ ਆ ਇਹ ਸਾਰੇ ਮਸਲੇ ਦਾ, ਉਹਨੂੰ ਐਡਰੈਸ ਕਰਨਾ ਜਿਹੜਾ ਆ ਉਹ ਜ਼ਿਆਦਾ ਇੰਪੋਰਟੈਂਟ ਆ। ਸੋ ਇਸ ਕਰਕੇ ਵੀ ਉਹਦੇ ਉੱਤੇ ਅਸੀਂ ਫੋਕਸ ਕਰੀਏ। ਸਹੀ ਗੱਲ ਹੈ ਜੀ। ਬਾਕੀ ਜੋ ਆ ਵੀ ਉਹ ਤਾਂ ਚੱਲਦਾ ਹੀ ਰਹਿਣਾ। ਤੇ ਪਰਿਵਾਰ ਦੇ ਵਿੱਚ ਜੇ ਕੋਈ ਗਲਤੀ ਕਰ ਦੇਵੇ ਮੈਂਬਰ, ਇਹ ਨਹੀਂ ਹੁੰਦਾ ਵੀ ਪਰਿਵਾਰ ਕਹਿੰਦਾ ਵੀ ਇਹ ਵੀ ਨਾ ਇਹ ਤਾਂ ਸਾਡਾ ਹਿੱਸਾ ਹੀ ਹੈ ਨਹੀਂ। ਬਿਲਕੁਲ ਭਾਈ, ਜਿਹੜਾ ਪਰਿਵਾਰ ਦੇ ਮੈਂਬਰ ਤੋਂ ਜੇ ਗਲਤੀ ਵੀ ਹੋਈ ਆ ਤਾਂ ਉਹਦੀ ਸਪੋਰਟ ਜਿਹੜੀ ਆ ਵੀ ਐਨ ਪਰਿਵਾਰ ਵਾਂਗ ਹੀ ਕਰਾਂਗੇ। ਬਿਲਕੁਲ ਨਹੀਂ, ਮੰਨ ਲਓ ਹੱਥਾਂ ਤੋਂ ਕਿਸੇ ਤੋਂ ਗਲਤੀ ਹੋ ਜੇ, ਹੁਣ ਇਹ ਤਾਂ ਨਾ ਹੱਥ ਵੱਟ ਕੇ ਪਰੇ ਕਰ ਲਈਏ, ਉਹ ਚੀਜ਼ ਨੂੰ ਇੰਪਰੂਵ ਕਰਨਾ ਚਾਹੀਦਾ ਹੈਗਾ ਆ। ਤੇ ਵੈਸੇ ਵੀ ਭਾਈ ਜੇ ਮੋਟੀ ਜਿੱਦਾਂ ਆਪ ਜੀ ਨੇ ਕਿਹਾ ਵੀ ਆ, ਪਿਛਲੇ 5-6 ਸਾਲਾਂ ਤੋਂ BSA ਨੂੰ, ਪੁਲਿਸ ਨੂੰ ਲਗਾਤਾਰ ਉਹਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਕਿ ਭਾਈ ਇਹ ਕਿੱਦਾਂ ਦੀ ਸਪੀਚ ਕਰ ਰਿਹਾ, ਇਹ ਹੇਟ ਸਪੀਚ ਹੈ, ਇਹ ਫਰੀडम ਆਫ ਸਪੀਚ ਨਹੀਂ ਹੈਗੀ, ਤੁਸੀਂ ਕਿਉਂ ਨਹੀਂ ਉਹਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਦੇ। ਹੋਈਆਂ ਵੀ ਹੈ ਕਈ ਕਾਰਵਾਈਆਂ, ਤੇ ਉਹਦੇ 'ਚ ਇਹਨੇ ਮਾਫੀਆਂ ਵੀ ਮੰਗੀਆਂ ਆ। ਤੇ ਉਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਸਿਸਟਮ ਇੱਥੇ ਹੈਗੇ ਆ ਸੌਫਟ। ਜੇ ਆਪਾਂ ਥੋੜੀ ਜਿਹੀ ਸਰਲ ਭਾਸ਼ਾ 'ਚ ਗੱਲ ਕਰੀਏ, ਸਿਸਟਮ ਇੱਥੇ ਸੌਫਟ ਹੈ, ਇਹਨੇ ਹਾਰਸ਼ ਨਹੀਂ ਹੈਗੇ। ਤੇ ਇਸ ਬੰਦੇ ਨੇ, ਹਰਨੇਕ ਸਿੰਘ ਨੇ, ਉਸ ਸਿਸਟਮਾਂ ਨੂੰ ਕੀਤਾ ਹੈ ਅਬਿਊਜ਼। ਤੇ ਕਲਪ੍ਰਿਟ ਕੌਣ ਹੋਇਆ? ਬਿਲਕੁਲ ਨਹੀਂ, ਮੈਂ ਤੁਹਾਡੀ ਗੱਲ ਤੋਂ ਹੀ ਮੈਨੂੰ ਧਿਆਨ ਆਉਂਦਾ ਜੀ ਭਈ ਜਿਹੜਾ BSA ਵਾਲਾ ਸਿਸਟਮ ਆ, ਹਾਂਜੀ, ਉਹ ਸਿਸਟਮ ਇਹ ਆ ਭਈ ਬੋਲਣੇ ਦੀ ਆਜ਼ਾਦੀ ਆ ਹਰੇਕ ਨੂੰ, ਠੀਕ ਆ ਜੀ, ਉਹਦੇ ਉੱਤੇ ਆਓ ਜੀ। ਪਰ ਉਹ ਕਹਿੰਦੇ ਵੀ ਜਿਹੜਾ ਇਸ ਆਜ਼ਾਦੀ ਦੀ ਉਲੰਘਣਾ ਕਰੂ, ਇਸ ਆਜ਼ਾਦੀ ਨੂੰ ਅਬਿਊਜ਼ ਕਰੂਗਾ, ਮਿਸਯੂਜ਼ ਕਰੂਗਾ, ਉਹਦੇ ਲਈ ਉਹਨਾਂ ਨੇ ਬੜੇ ਸਿੰਪਲ ਜਿਹੇ ਪੈਮਾਨੇ ਰੱਖੇ ਹੋਏ ਵੀ ਜਿੱਦਾਂ ਤਨਖਾਹ ਵੇਲੇ ਨਾ, ਜਦੋਂ ਆਪਣਾ ਜਿਹੜਾ ਸਿਸਟਮ ਹੈ ਸਿੱਖਾਂ ਦਾ, ਅਕਾਲ ਤਖਤ ਦੇ ਉੱਤੇ ਜਦੋਂ ਕੋਈ ਪੇਸ਼ ਹੁੰਦਾ ਆ, ਜਦੋਂ ਉਹ ਮੰਨ ਲੈਂਦਾ ਵੀ ਹਾਂ ਵੀ ਮੇਰੇ ਕੋਲ ਗਲਤੀ ਹੋ ਗਈ, ਉਹਨੂੰ ਕਹਿੰਦੇ ਵੀ ਚੰਗਾ ਵੀ ਠੀਕ ਆ ਵੀ ਤੂੰ ਹੁਣ ਜੋੜਿਆਂ ਦੀ ਸੇਵਾ ਕਰਦੇ, ਇੰਨੇ ਪਾਠ ਕਰ ਲਾ, ਤੇ ਰੋਜ਼ ਆ ਕੇ ਤੇ ਜਪਜੀ ਸਾਹਿਬ ਦਾ ਪਾਠ ਉਰੇ ਬਹਿ ਕੇ ਤੇ ਪਰਿਕਰਮਾ ਦੇ ਵਿੱਚ ਕਰਨਾ ਆ। ਤੇ ਆ ਸਾਰਾ ਜਿਹੜਾ ਵੀ ਉਹ ਬੜਾ ਸਿੰਪਲ ਜਿਹਾ ਸਿਸਟਮ ਹੁੰਦਾ, ਉਹ ਸਜ਼ਾ ਨਹੀਂ ਗੀ ਭਈ, ਉਹ ਇੱਕ ਰੀਅਲਾਈਜੇਸ਼ਨ ਆ ਤੁਹਾਨੂੰ ਭਈ ਤੁਸੀਂ ਰੀਅਲਾਈਜ਼ ਕਰ ਲਿਆ ਵੀ ਮੇਰੇ ਤੋਂ ਗਲਤੀ ਹੋ ਗਈ ਆ, ਤੇ ਉਹ ਤੁਹਾਨੂੰ ਫਿਰ ਉਹ ਰੀਅਲਾਈਜੇਸ਼ਨ ਪੱਕੀ ਕਰਾਉਣ ਦੇ ਬਸ਼ਰਤੇ ਵੀ ਤੁਸੀਂ ਉਹਨੂੰ ਰਿਪੀਟ ਨਾ ਕਰੋ ਦੁਬਾਰਾ। ਮਤਲਬ ਸਹੀ ਗੱਲ ਹੈ ਭਾਜੀ, ਉਹ ਰਿਅਲਾਈਜੇਸ਼ਨ ਕਰਾ ਕੇ ਇੱਕ ਤੁਹਾਨੂੰ ਦੂਜਾ ਮੌਕਾ ਦੇ ਰਿਹਾ ਸਮਾਜ ਦੇ ਵਿੱਚ ਵਿਚਰਨ ਦਾ। ਇਹ ਨਹੀਂ ਹੈ ਕਿ ਤੁਹਾਡੀ ਛੋਟੀ ਜਿਹੀ ਗਲਤੀ ਕਰਕੇ ਤੁਹਾਨੂੰ ਸਮਾਜ ਤੋਂ ਪਰੇ ਕਰਕੇ ਤੁਹਾਨੂੰ ਜੇਲ੍ਹ 'ਚ ਡੱਕਤਾ, ਤੁਹਾਡੀ ਜ਼ਿੰਦਗੀ ਖਰਾਬ ਕਰ ਦਿੱਤੀ। ਪਰ ਉਹਦੇ ਸਾਈਕੋਲੋਜੀਕਲੀ ਉਹਦੇ ਥੱਲੇ ਜਿਹੜਾ ਬੇਸ ਆ ਉਹਦਾ, ਉਹ ਕੀ ਆ ਵੀ ਬੰਦਾ ਜਿਹੜਾ ਆ ਵੀ ਇਹਨੂੰ ਸ਼ਰਮ ਹੈ, ਇਹਨੂੰ ਸ਼ਰਮ ਹੈਗੀ ਆ ਤੇ ਇਹ ਬਸ਼ਰਮ ਨਹੀਂਗਾ। ਸਹੀ ਗੱਲ ਹੈ। ਤੇ ਇਸ ਕਰਕੇ ਜਿਹੜਾ ਮੇਨ ਨੁਕਤਾ ਆ ਵੀ ਜਦੋਂ ਇਹਨੂੰ ਕਹਿਤਾ ਵੀ ਤੂੰ ਭਾਈ ਉਲੰਘਣਾ ਕੀਤੀ ਆ ਵੀ ਆ ਜਿਹੜਾ BSA ਦਾ ਕੋਡ ਆ, ਤੇ ਤੂੰ ਇਹ ਗੱਲ ਰੇਡੀਓ ਦੇ ਉੱਤੇ ਕਹਿ ਦੇ ਵੀ ਹਾਂ ਵੀ ਮੇਰੇ ਤੋਂ ਉਲੰਘਣਾ ਹੋਈ, ਇਹ ਤੋਂ ਜ਼ਿਆਦਾ ਅਸੀਂ ਤੇਰੇ ਤੋਂ ਕੁਝ ਨਹੀਂ ਚਾਹੁੰਦੇ। ਪਰ ਉਹਨਾਂ ਦੀ ਆਸ ਇਹ ਆ ਵੀ ਇੰਨੇ ਨਾਲ ਹੀ ਇਹਨੇ ਇੰਨੀ ਕੁ ਸ਼ਰਮ ਕਰ ਲੈਣੀ ਵੀ ਦੁਬਾਰਾ ਨਹੀਂ ਰਿਪੀਟ ਕਰੂਗਾ। ਪਰ ਉਹਨਾਂ ਦਾ ਅਜੇ ਵਾਹ ਇਹੋ ਜਿਹੀ ਬਸ਼ਰਮ ਜਿੰਸ ਦੇ ਨਾਲ ਪਿਆ ਨਹੀਂ। ਉਹੀ ਕਹਿਣ ਲੱਗਿਆ, ਉਹਨਾਂ ਨੂੰ ਕੀ ਪਤਾ ਕਿੱਡਾ ਤਗੜਾ ਬੇਸ਼ਰਮ ਬੰਦਾ ਆ ਕਿ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ। ਸੌਰੀ ਤਾਂ ਨਾਲ ਜੇਬ 'ਚ ਲੈ ਕੇ ਘੁੰਮਦਾ ਆ, ਏਦਾਂ ਹੀ ਇਹਦੀ ਜੇਬ 'ਚ ਸੌਰੀ ਆ, ਮੂਰੇ ਬੰਦੇ ਡਰਾਮਾ ਕਰ ਰਿਹਾ। ਬਿਲਕੁਲ ਡਰਾਮਾ ਹੀ ਕਰ ਰਿਹਾ ਆ, ਬੰਦੇ ਨੂੰ ਬੜਕ ਮਾਰਨੀ ਹੈ। ਜੇ ਬੰਦੇ ਨੇ ਮੂਹਰੇ ਕੁਝ ਕਹਿਤਾ ਤਾਂ ਉਹ ਭਾਈ ਸੌਰੀ, ਜੇ ਨਹੀਂ ਕਿਹਾ ਤਾਂ ਬਸ ਫਿਰ ਅੱਗੇ ਤੇ ਚੜ ਜਾਣਾ। ਇਹ ਪੈਂਤੜ ਆਇਆ ਇਹਨਾਂ ਲੋਕਾਂ ਦਾ। ਇਸ ਕਰਕੇ ਵੀ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਆ ਭਾਈ, ਵੀ ਅਜੇ ਵੀ ਸ਼ਰਮ ਕਰ ਲਓ ਜੀ, ਤੇ ਉਹਦੇ ਨਾਲ ਹੀ ਜਿਹੜਾ ਆ ਵੀ ਸਾਰਾ ਮਸਲਾ ਜਿਹੜਾ ਵੀ ਇਹ ਸੁਲਝ ਜਾਣਾ ਤੁਹਾਡੇ ਲਈ। ਸਾਡੇ ਲਈ ਤਾਂ ਹੁਣ ਕੋਈ ਮਸਲਾ ਰਿਹਾ ਹੀ ਨਹੀਂ।
ਸਹੀ ਗੱਲ ਹੈ। ਸੋ ਇਸ ਕਰਕੇ ਵੀ ਤੁਹਾਡਾ ਮਸਲਾ ਤੇ ਤੁਹਾਡੇ ਲਈ ਸਿੰਪਲ ਜਿਹਾ ਸੋਲੂਸ਼ਨ ਇਹੀ ਆ ਵੀ ਸ਼ਰਮ ਕਰ ਲਓ ਬਸ। ਸ਼ਰਮ ਕਰ ਲਓ। ਤੇ ਖੈਰ ਆਪਾਂ ਬਾਰ-ਬਾਰ ਇੱਥੋਂ ਇਹੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਜਿਣਸਾਂ ਨੂੰ ਪਛਾਣੋ, ਕਿਉਂਕਿ ਇਹੋ ਜਿਹੀਆਂ ਜਿਣਸਾਂ ਭਾਈ ਇੱਕ ਐਗਜ਼ਾਮਪਲ ਹੁੰਦੀਆਂ ਹੈ। ਇਹਨਾਂ ਨੂੰ ਦੇਖ ਕੇ ਜਿੱਦਾਂ ਉਹ ਕਹਿੰਦੇ ਆ ਨਾ ਕਿ ਜਦੋਂ ਦੇਖਣੇ ਚੌਲ ਪੱਕ ਗਏ ਕਿ ਨਹੀਂ, ਇੱਕ ਦਾਣਾ ਕੱਢ ਕੇ ਦੇਖ ਲਵੋ, ਇੱਦਾਂ ਦੇ ਐਗਜ਼ਾਮਪਲ ਚਲੋ ਇਹ ਪਰਮਾਤਮਾ ਵੱਲੋਂ ਹੀ ਸੈੱਟ ਹੋਏ ਆ। ਇਹਨਾਂ ਨੂੰ ਦੇਖ ਕੇ ਤੁਸੀਂ ਸਬਕ ਸਿੱਖ ਸਕਦੇ ਆ, ਇੱਕ ਲੈਸਨ ਹੈਗਾ ਪੂਰੀ ਕੌਮ ਨੂੰ ਕਿ ਇਹੋ ਜਿਹੇ ਬੰਦਿਆਂ ਨਾਲ ਡੀਲ ਕਿੱਦਾਂ ਕਰਨਾ ਹੈ, ਕਿੱਦਾਂ ਇਹ ਸਿੱਖ ਪ੍ਰਤੀ ਸਿੱਖਾਂ ਦੇ ਵਿੱਚ ਹੀ ਸਿੱਖਾਂ ਪ੍ਰਤੀ ਜਿਹੜੇ ਨਫ਼ਰਤ ਦੇ ਬੀਜ ਬੀਜਦੇ ਆ ਉਹਨਾਂ ਨੂੰ ਕਿੱਦਾਂ ਆਇਡੈਂਟੀਫਾਈ ਕਰਨਾ ਆ, ਕਿੱਦਾਂ ਉਹਨਾਂ ਤੋਂ ਬਚਣਾ ਹੈਗਾ ਆ। ਕਿਉਂਕਿ ਬਾਰ-ਬਾਰ ਅਸੀਂ ਇਹੀ ਕਹਿੰਦੇ ਆ, ਇਹ ਸਾਰੀ ਦਿਮਾਗ ਦੇ ਪੱਧਰ ਦੀ ਖੇਡ ਆ, ਸਾਈਕੋਲੋਜੀਕਲ ਖੇਡ ਆ। ਜੇ ਤੁਸੀਂ ਇਸ ਖੇਡ ਨੂੰ ਜਿੱਤਣਾ ਚਾਹੁੰਦੇ ਆ ਤੇ ਤੁਹਾਨੂੰ ਆਪਣੇ ਆਪ ਨੂੰ ਗਿਆਨਵਾਨ ਕਰਨਾ ਪੈਣਾ ਹੈ, ਨੌਲੇਜੇਬਲ ਕਰਨਾ ਪੈਣਾ ਹੈ। ਅਦਰਵਾਈਜ਼ ਨਹੀਂ ਤਾਂ ਤੁਸੀਂ ਇਹੋ ਜਿਹੇ ਬੰਦਿਆਂ ਦੀਆਂ, ਇਹੋ ਜਿਹੇ ਘਟੀਆ ਲੋਕਾਂ ਦੀਆਂ ਭੇਡਾਂ ਬਣ ਕੇ ਬਸ ਤੁਸੀਂ ਵਿਚਰਨਾ ਹੈ ਤੇ ਇਹਨਾਂ ਨੇ ਤੁਹਾਨੂੰ ਮੁੰਨੀ ਜਾਣਾ ਹੈ ਆਪਣੇ ਫਾਇਦੇ ਵਾਸਤੇ। ਤੇ ਇਸ ਕਰਕੇ ਬੇਨਤੀ ਹੈ ਆਪਣੇ ਆਪ ਨੂੰ ਗਿਆਨਵਾਨ ਕਰੋ। ਇਸੇ ਹੀ ਨੋਟ ਤੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।